ਸਵਾਗਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਸ਼ੁਕਰਗੁਜ਼ਾਰ ਸਿੰਘ। ਗੁਰਬਾਣੀ ਕਹਿੰਦੀ ਹੈ ਕਿ ਊੜੇ ਉਪਮਾ ਤਾਂ ਕੀ ਕੀਜੇ ਜਾ ਕਾ ਅੰਤ ਨਾ ਪਾਇਆ, ਐੜੇ ਆਪ ਕਰੇ ਜਿਨ ਛੋਟੀ ਕਰਨ ਕਰਾਵਣ ਆਪੇ ਆਪ। ਇਹ ਗੁਰੂ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ ਅਤੇ ਇਸ ਜੀਵਨ ਦੀ ਜਾਂਚ ਵੀ ਉਹੀ ਦਿੰਦਾ ਹੈ। ਜੇ ਆਪਾਂ ਗੱਲ ਕਰੀਏ 35 ਅੱਖਰੀ ਦੀ, ਗੱਲ ਕਰੀਏ ਗੁਰਮੁਖੀ ਦੀ, ਬੇਸ਼ੱਕ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਡੇ ਨਾਲ ਜੋੜ ਦਿੱਤੀ ਹੈ ਗੁਰਮੁਖੀ ਨੂੰ। ਉਹਨਾਂ ਤੋਂ ਪਹਿਲਾਂ ਵੀ ਇਹ ਲਿਪੀ ਸੀ, ਪਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਸ ਲਿਪੀ ਨੂੰ ਸਾਹਮਣੇ ਲਿਆਂਦਾ, ਇਸ ਵਿੱਚ ਬਾਣੀ ਦੀ ਰਚਨਾ ਕੀਤੀ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਸ ਲਿਪੀ ਨੂੰ ਇੱਕ ਤਰਤੀਬ ਦੇ ਦਿੱਤੀ ਅਤੇ ਇਹ 35 ਅੱਖਰੀ ਫਿਰ ਹੌਲੀ ਹੌਲੀ ਚੱਲਦੀ ਹੋਈ ਇਸ ਵਿੱਚ ਕੁਝ ਸ਼ਬਦ ਵੀ ਜੁੜੇ ਜਿਨ੍ਹਾਂ ਨੂੰ ਅਸੀਂ ਪੈਰੀ ਬਿੰਦੀ ਕਹਿੰਦੇ ਹਾਂ, ਅਤੇ ਉਹ ਸ਼ਬਦਾਂ ਦੇ ਨਾਲ ਜਦੋਂ 6 ਅੱਖਰ ਨਾਲ ਜੁੜ ਜਾਂਦੇ ਨੇ ਫਿਰ 35 ਤੋਂ ਬਾਅਦ ਇਹ 41 ਅੱਖਰੀ ਬਣ ਜਾਂਦੀ ਹੈ। ਅੱਜ ਅਸੀਂ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਗੱਲਬਾਤ ਕਰਨੀ ਹੈ ਪੰਜਾਬੀ ਮਾਤ ਭਾਸ਼ਾ ਦੀ ਸਥਿਤੀ ਬਾਰੇ, ਇਸ ਦੇ ਮੁੱਢਲੇ ਦੌਰ ਬਾਰੇ, ਇਸ ਦੇ ਵਰਤਮਾਨ ਬਾਰੇ, ਇਸ ਦੀਆਂ ਚੁਣੌਤੀਆਂ ਬਾਰੇ ਅਤੇ ਇਸ ਦੇ ਭਵਿੱਖ ਬਾਰੇ। ਇਸ ਵਿਸ਼ੇ ਉੱਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਨੇ ਡਾਕਟਰ ਸੁਦਰਸ਼ਨ ਗਾਸੋ ਜੀ, ਜੋ ਕਿ ਉੱਘੇ ਲੇਖਕ ਨੇ, ਉੱਘੇ ਚਿੰਤਕ ਨੇ, ਅਧਿਆਪਨ ਦੇ ਵਿਸ਼ੇ ਦੇ ਨਾਲ ਜੁੜੇ ਹੋਏ ਨੇ ਅਤੇ ਪੰਜਾਬੀ ਸਾਹਿਤ ਜਗਤ ਦੀ ਮੰਨੀ ਪ੍ਰਮੰਨੀ ਹਸਤੀ ਸ਼੍ਰੀ ਓਮ ਪ੍ਰਕਾਸ਼ ਗਾਸੋ ਜੀ ਦੇ ਸੁਪੁੱਤਰ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸ਼ੁਕਰੀਆ, ਮਿਹਰਬਾਨੀ ਸਰ। ਅੱਜ ਦਾ ਸਾਡਾ ਵਿਸ਼ਾ ਪੰਜਾਬੀ ਮਾਤ ਭਾਸ਼ਾ ਦੀ ਸਥਿਤੀ। ਅਸੀਂ ਗੱਲਬਾਤ ਕਰਾਂਗੇ ਪੰਜਾਬੀ ਮਾਤ ਭਾਸ਼ਾ ਦੀ ਮੁੱਢਲੇ ਦੌਰ ਦੀ ਕਰਾਂਗੇ, ਵਰਤਮਾਨ ਦੀ ਕਰਾਂਗੇ, ਭਵਿੱਖ ਦੀਆਂ ਚੁਣੌਤੀਆਂ ਦੀ ਵੀ ਗੱਲ ਕਰਨੀ ਹੈ। ਪਰ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਵੀ ਅਸੀਂ ਅਕਸਰ ਗੱਲ ਕਰਦੇ ਹਾਂ, ਇੱਕ ਵਿਅਕਤੀ ਕਹਿੰਦਾ ਹੈ ਕਿ ਫਲਾਣੀ ਭਾਸ਼ਾ ਮੇਰੀ ਮਾਤ ਭਾਸ਼ਾ ਹੈ, ਦੂਸਰਾ ਵਿਅਕਤੀ ਕਹਿੰਦਾ ਹੈ ਕਿ ਫਲਾਣੀ ਭਾਸ਼ਾ ਮੇਰੀ ਮਾਤ ਭਾਸ਼ਾ ਹੈ। ਭਾਸ਼ਾ ਦਾ ਬਹੁਤ ਵੱਡਾ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ, ਭਾਸ਼ਾ ਦਾ ਬਹੁਤ ਵੱਡਾ ਰੋਲ ਹੈ ਸਮਾਜ ਦੇ ਸਿਰਜਣਾ ਦੇ ਵਿੱਚ। ਮੈਂ ਜਾਣਨਾ ਚਾਹਾਂਗਾ ਡਾਕਟਰ ਸੁਦਰਸ਼ਨ ਗਾਸੋ ਜੀ ਕੋਲੋਂ ਕਿ ਭਾਸ਼ਾ ਨੂੰ ਤੁਸੀਂ ਕਿਵੇਂ ਪ੍ਰਭਾਵਿਤ ਕਰੋਗੇ, ਭਾਸ਼ਾ ਬਾਰੇ ਤੁਹਾਡੇ ਵਿਚਾਰ ਕੀ ਨੇ, ਇਹ ਸ਼ਬਦ ਭਾਸ਼ਾ ਸਾਡੀ ਜ਼ਿੰਦਗੀ ਦੇ ਨਾਲ ਕਿੱਦਾਂ ਜੁੜਿਆ ਹੋਇਆ? ਦੇਖੋ, ਇਹ ਬਹੁਤ ਬੁਨਿਆਦੀ ਪ੍ਰਸ਼ਨ ਹੈ, ਬੜਾ ਖੂਬਸੂਰਤ ਪ੍ਰਸ਼ਨ ਹੈ। ਜਿਵੇਂ ਭਾਸ਼ਾ ਨੂੰ ਬਾਰੇ ਗੱਲ ਕਰਨੀ ਚਾਹਾਂ, ਕੋਸ਼ਿਸ਼ ਕਰਾਂ ਤਾਂ ਮੈਂ ਕਹਾਂਗਾ ਕਿ ਭਾਸ਼ਾ, ਸ਼ਬਦ, ਬੋਲੀ ਇਹ ਸਾਡੇ ਮਨੁੱਖੀ ਇਤਿਹਾਸ ਦੀ ਇੱਕ ਬਹੁਤ ਹੀ ਖੂਬਸੂਰਤ, ਮਾਣਮੱਤੀ ਔਰ ਆਧਾਰੀ ਖੋਜ, ਕਾਢ, ਕ੍ਰਿਸ਼ਮਾ ਔਰ ਇੱਕ ਉਪਲਬਧੀ ਹੈ, ਔਰ ਜਿਸ ਤੋਂ ਬਿਨਾਂ ਇਸ ਸੰਸਾਰ ਦੀ ਖੂਬਸੂਰਤੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਉਸ ਬਾਰੇ ਸੋਚਿਆ ਨਹੀਂ ਜਾ ਸਕਦਾ। ਲੇਕਿਨ ਸਾਨੂੰ ਭਾਸ਼ਾ ਬਾਰੇ ਗੱਲ ਕਰਦਿਆਂ ਹੋਇਆਂ ਬੋਲੀ ਤੱਕ ਜਾਵਾਂਗੇ, ਔਰ ਉਸ ਤੋਂ ਪਹਿਲਾਂ ਵੀ ਅਸੀਂ ਉਸ ਸਥਿਤੀ ਤੱਕ ਜਾਵਾਂਗੇ ਜਦੋਂ ਇਸ ਕੁਦਰਤ ਦੇ ਵਿੱਚ ਮਨੁੱਖ ਆਇਆ ਅਤੇ ਉਸ ਵੇਲੇ ਬੋਲ ਨਹੀਂ ਸਨ ਉਹਦੇ ਕੋਲੇ, ਸ਼ਬਦ ਨਹੀਂ ਸਨ ਉਹਦੇ ਕੋਲੇ। ਉਹ ਇੱਕ ਮੂਕ ਦਰਸ਼ਕ ਸੀ ਕੁਦਰਤ ਦੇ ਕ੍ਰਿਸ਼ਮਿਆਂ ਨੂੰ, ਕੁਦਰਤ ਦੀ ਖੂਬਸੂਰਤੀ ਨੂੰ, ਕੁਦਰਤ ਦੇ ਜਿਹੜੇ ਨਾਯਾਬ ਤੋਹਫੇ ਨੇ ਸਾਨੂੰ ਦਿੱਤੇ ਹੋਏ ਇਨਸਾਨ ਨੂੰ, ਉਸ ਨੂੰ ਦੇਖਦਾ ਸੀ ਅਤੇ ਉਹ ਗੁੰਮਸੁੰਮ ਹੋ ਜਾਂਦਾ ਸੀ। ਅਤੇ ਲੇਕਿਨ ਇਸ ਨੂੰ ਬਿਆਨ ਕਰਨ ਦੀ, ਦੂਸਰਿਆਂ ਨਾਲ ਸਾਂਝ ਪਾਉਣ ਦੀ, ਦੱਸਣ ਦੀ ਜਿਹੜੀ ਉਹਦੀ ਅੰਦਰ ਜਗਿਆਸਾ ਸੀ, ਉਸ ਦੇ ਵਿੱਚੋਂ ਭਾਸ਼ਾ ਜਨਮ ਲੈਂਦੀ ਹੈ। ਭਾਸ਼ਾ ਜਨਮ ਲੈਂਦੀ, ਔਰ ਭਾਸ਼ਾ ਸਾਨੂੰ ਦਿਲਾਂ ਨੂੰ ਜੋੜਦੀ ਹੈ, ਸਮਾਜ ਨੂੰ ਜੋੜਦੀ ਹੈ, ਇਨਸਾਨਾਂ ਨੂੰ ਜੋੜਦੀ ਹੈ। ਭਾਸ਼ਾ ਜੇ ਨਾ ਹੁੰਦੀ ਤਾਂ ਇਹ ਇੱਕ ਹਨੇਰੇ ਘੁੱਪ ਵਰਗਾ ਸੰਸਾਰ ਹੁੰਦਾ। ਭਾਸ਼ਾ ਇੱਕ ਚਾਨਣ ਹੈ, ਭਾਸ਼ਾ ਇੱਕ ਆਲੋਕਾਰ ਰੌਸ਼ਨੀ ਹੈ, ਭਾਸ਼ਾ ਇੱਕ ਗਿਆਨ ਹੈ, ਭਾਸ਼ਾ ਇੱਕ ਪ੍ਰਕਾਸ਼ ਹੈ ਜਿਹੜਾ ਸਾਡੇ ਸਾਰੇ ਸਮਾਜ ਨੂੰ, ਸਾਡੀਆਂ ਜਿਹੜੀਆਂ ਇਸ ਨਾਯਾਬ ਤੋਹਫਿਆਂ ਨੂੰ ਆਲੋਕਿਤ ਕਰਨ ਦੇ ਵਿੱਚ ਸਾਡਾ ਸਹਿਯੋਗ ਕਰਦਾ ਹੈ, ਸਹਾਈ ਹੁੰਦਾ ਹੈ। ਬਿਲਕੁਲ। ਹੁਣ ਗੱਲ ਇਹ ਆ ਗਈ ਹੈ ਕਿ ਜਿਹੜਾ ਸਭ ਤੋਂ ਪਹਿਲਾਂ ਭਾਸ਼ਾ ਬਾਰੇ ਦੋ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਜੀ। ਇੱਕ ਤਾਂ ਜਿਹੜੇ ਵਿਚਾਰ ਨੇ ਉਹ ਇਹ ਹੈ, ਸ਼ੁਕਰਗੁਜ਼ਾਰ ਜੀ, ਕਿ ਭਾਸ਼ਾ ਜਿਹੜਾ ਹੈਗਾ ਦੈਵੀ ਵਰਤਾਰਾ ਹੈ। ਇਹ ਵਿਦਵਾਨਾਂ ਨੇ, ਸਾਡੇ ਵਿਦਵਾਨਾਂ ਨੇ ਵੀ ਇਸ ਨੂੰ ਗਿਰਾ ਦੇਵੀ, ਬਾਕ ਦੇਵੀ, ਸਰਸਵਤੀ ਦੇਵੀ ਕਿਹਾ ਹੈ। ਔਰ ਅੰਗਰੇਜ਼ੀ ਇੱਕ ਵਿਦਵਾਨ ਹੈ ਜਾਨ, ਉਹਨੇ ਲਿਖਿਆ ਹੈ ਕਿ ਪਹਿਲਾਂ ਸ਼ਬਦ ਹੀ ਸੀ ਸੰਸਾਰ ਦੇ ਵਿੱਚ, ਅਤੇ ਸ਼ਬਦ ਕੋਲ ਰੱਬ ਕੋਲੇ ਸੀ,
ਤੇ ਰੱਬ ਹੀ ਸ਼ਬਦ ਹੀ ਰੱਬ ਸੀ, ਜੀ ਬਿਲਕੁਲ। ਜਿਹਨੂੰ ਸ਼ਬਦ ਨੂੰ ਬ੍ਰਹਮ ਵੀ ਕਿਹਾ ਗਿਆ ਹੈ। ਹੂੰ ਲੇਕਿਨ ਇਹ ਜਿਹੜਾ ਇੱਕ ਸਮਾਜਿਕ ਵਰਤਾਰਾ ਹੈ, ਮਨੁੱਖ ਨੇ ਪ੍ਰਕਿਰਤੀ ਦੇ ਨਾਲ ਜਿਹੜਾ ਤਾਲਮੇਲ ਹੈ, ਸੰਘਰਸ਼ ਹੈ, ਉਸ ਦੇ ਵਿੱਚੋਂ ਉਸ ਨੇ ਆਪਣੀ ਜਿਹੜੀ ਜਗਿਆਸਾ ਹੈ ਉਸ ਦੇ ਮਨ ਦੇ ਵਿੱਚ ਉਸ ਪ੍ਰਭਾਵ ਨੂੰ ਪ੍ਰਗਟ ਕਰਨ ਵਾਸਤੇ ਸ਼ਬਦ ਕੱਢੇ। ਔਰ ਸ਼ਬਦ ਜਦੋਂ ਆ ਜਾਂਦੇ ਨੇ ਤਾਂ ਉਹ ਸਾਡੀ ਜ਼ਿੰਦਗੀ ਦੀ ਤਰੱਕੀ ਔਰ ਉਸ ਦੇ ਵਿਕਾਸ ਵਾਸਤੇ, ਉਸ ਦੇ ਜੁੜਾਵ ਵਾਸਤੇ, ਸੰਬੰਧਾਂ ਵਾਸਤੇ ਬਹੁਤ ਬੁਨਿਆਦੀ ਰੋਲ ਅਦਾ ਕਰਦੇ ਨੇ। ਜੀ ਮੈਂ ਤਾਂ ਇਸ ਵੀ ਦੇਖਦਾ ਕਿ ਜਿਹੜਾ ਸਮਾਜ ਹੈ, ਮਨੁੱਖ ਹੈ, ਭਾਸ਼ਾ ਹੈ, ਸੱਭਿਆਚਾਰ ਹੈ, ਇਹ ਸਾਰੇ ਵਰਤਾਰੇ ਅੰਤਰ ਆਧਾਰਿਤ ਨੇ, ਜੁੜੇ ਹੋਏ ਨੇ। ਸੋ ਇਸ ਕਰਕੇ ਮੈਂ ਦੋ ਗੱਲਾਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਕਿ ਇੱਕ ਤਾਂ ਭਾਸ਼ਾ ਜਿਹੜੀ ਹੈਗੀ ਆ ਉਹ ਮਨੁੱਖ ਦੇ ਸਮਾਜਿਕ ਸਮੂਹਿਕ ਸਰਗਰਮੀ ਦੇ ਵਿੱਚੋਂ ਪੈਦਾ ਹੋਈ ਇੱਕ ਅਜਿਹੀ ਕਾਢ ਹੈ ਜਿਸ ਨੇ ਸਾਡੇ ਸਾਰੇ ਜੀਵਨ ਦੀ ਜਿਹੜੀ ਨੁਹਾਰ ਬਦਲ ਦਿੱਤੀ, ਉਸ ਦੀ ਖੂਬਸੂਰਤੀ ਲੈ ਕੇ ਆਏ। ਬਿਲਕੁਲ ਜੀ ਬਿਲਕੁਲ। ਭਾਸ਼ਾ ਸਾਡੇ ਨਾਲ ਚੱਲਦੀ ਹੈ, ਚਾਹੇ ਬੱਚਾ ਹੋਏ, ਚਾਹੇ ਅਸੀਂ ਜਵਾਨੀ ਦੇ ਦੌਰ ਵਿੱਚ ਹੁੰਦੇ ਹਾਂ, ਚਾਹੇ ਬਜ਼ੁਰਗ ਹੋ ਜਾਈਏ, ਭਾਸ਼ਾ ਹਮੇਸ਼ਾ ਸਾਡੇ ਜੀਵਨ ਦੇ ਨਾਲ ਜੁੜੀ ਰਹਿੰਦੀ ਹੈ। ਸਾਨੂੰ ਤਰੱਕੀ ਵੀ ਦਿੰਦੀ ਹੈ, ਸਾਨੂੰ ਸੇਧ ਵੀ ਦਿੰਦੀ ਹੈ, ਸਾਨੂੰ ਇੱਕ ਸੱਭਿਆਚਾਰ ਵੀ ਦਿੰਦੀ ਹੈ ਅਤੇ ਸਾਨੂੰ ਕਦਰਾਂ ਕੀਮਤਾਂ ਦਿੰਦੀ ਹੈ ਭਾਸ਼ਾ। ਅੱਜ ਅਸੀਂ ਗੱਲ ਕਰਦੇ ਹਾਂ ਪੰਜਾਬੀ ਮਾਤ ਭਾਸ਼ਾ ਦੀ ਸਥਿਤੀ ਬਾਰੇ। ਵਰਤਮਾਨ ਦੀ ਗੱਲ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਪੰਜਾਬੀ ਮਾਤ ਭਾਸ਼ਾ ਦੇ ਮੁੱਢਲੇ ਦੌਰ ਬਾਰੇ ਜਾਣੀਏ ਕਿ ਇਸ ਦਾ ਰੂਪ ਕਿਸ ਤਰ੍ਹਾਂ ਦਾ ਸੀ, ਇਸ ਦਾ ਆਕਾਰ ਕਿਸ ਤਰ੍ਹਾਂ ਦਾ ਸੀ, ਇਹ ਕਿਸ ਤਰ੍ਹਾਂ ਸਮਾਜ ਦੇ ਵਿੱਚ ਵਿਚਰਦੀ ਸੀ, ਸਮਾਜ ਇਸ ਨਾਲ ਕਿੱਦਾਂ ਜੁੜਿਆ ਹੋਇਆ ਸੀ। ਦੇਖੋ, ਤੁਸੀਂ ਪੰਜਾਬੀ ਦੀ ਮੁੱਢਲੀ ਸਥਿਤੀ ਬਾਰੇ ਗੱਲ ਕੀਤੀ ਹੈ ਤਾਂ ਮੈਂ ਉਦੋਂ ਪਹਿਲਾਂ ਦੋ ਗੱਲਾਂ ਕਹਿਣਾ ਕਿ ਭਾਸ਼ਾ ਦੇ ਰੁੱਖ 'ਤੇ ਸ਼ਬਦਾਂ ਦੇ ਫੁੱਲ ਟਹਿਕਦੇ ਫੁੱਲਾਂ ਨਾਲ ਸੱਭਿਅਤਾਵਾਂ ਦੇ ਬਾਗ ਮਹਿਕਦੇ। ਬਿਲਕੁਲ ਬਿਲਕੁਲ। ਇਹ ਇੱਕ ਬੁਨਿਆਦੀ ਜਿਹੜਾ ਸ਼ਬਦ ਹੈ, ਸ਼ਬਦ ਦੀ ਕਾਢ ਜਿਹੜੀ ਹੈਗੀ ਹੈ, ਮਨੁੱਖ ਨੇ ਜਿਹੜੀ ਉਪਲਬਧੀ ਪ੍ਰਾਪਤ ਕੀਤੀ ਹੈ, ਉਸ ਦੇ ਨਾਲ ਸੱਭਿਅਤਾ, ਮੈਂ ਕਹਾਂਗਾ ਗੂੰਗੀ ਸੱਭਿਅਤਾ ਨੂੰ ਅਮਰਤਾ ਦਾ ਅੰਮ੍ਰਿਤਪਾਨ ਕਰਾਉਂਦਾ ਹੈ ਸ਼ਬਦ ਭਾਸ਼ਾ। ਗੂੰਗੀ ਸੱਭਿਅਤਾ ਨੂੰ ਅਮਰਤਾ ਦਾ ਅੰਮ੍ਰਿਤਪਾਨ ਕਰਵਾਉਂਦਾ ਹੈ ਜਿਹੜੀ ਭਾਸ਼ਾ ਹੈਗੀ ਹੈ। ਹੁਣ ਜਿਹੜੀ ਮਾਂ ਬੋਲੀ ਹੈਗੀ ਆ, ਮਾਂ ਬੋਲੀ ਮਨੁੱਖ ਆਪਣੀ ਮਾਂ ਦੇ ਤੋਂ ਸਿੱਖਦਾ ਹੈ ਔਰ ਆਪਣੇ ਵਰਤਾਰੇ, ਸਮਾਜਿਕ ਵਰਤਾਰੇ ਤੋਂ ਸਿੱਖਦਾ ਹੈ। ਔਰ ਇਹ ਜਿਹੜੇ ਭਾਸ਼ਾ ਵਿਗਿਆਨੀ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਭਾਸ਼ਾ ਹੈ, ਜਿਹੜੀ 4-5 ਸਾਲ ਦੇ ਵਿੱਚ ਬੱਚਾ ਸਹਿਜ ਸੁਭਾਵਕ ਆਪਣੇ ਵਰਤਾਰੇ ਤੋਂ ਸਿੱਖਦਾ ਹੈ, ਉਹ ਹੈਗੀ ਮਾਂ ਬੋਲੀ, ਮਾਂ ਭਾਸ਼ਾ। ਅਤੇ ਜਿਹੜੀ ਅਸੀਂ ਸਕੂਲ ਦੇ ਵਿੱਚ ਕਿਸੇ ਸਿਸਟਮ ਦੇ ਵਿੱਚ ਸਿੱਖਦੇ ਹਾਂ, ਉਹ ਹੈ ਸਾਡੀ ਦੂਸਰੀ ਭਾਸ਼ਾ। ਪੰਜਾਬੀ ਸਾਡੀ ਮਾਂ ਬੋਲੀ ਹੈ। ਪੰਜਾਬੀ ਨੇ ਮੁੱਢਲੇ ਦੌਰ ਦੇ ਵਿੱਚ ਪੰਜਾਬੀ ਦੀ ਇਹ ਜਿਹੜੀ ਸਥਿਤੀ ਹੈ ਉਹ ਇਸ ਤਰ੍ਹਾਂ ਦੀ ਸਥਿਤੀ ਨਹੀਂ ਸੀ। ਸਾਡੇ ਨਾਥਾਂ ਜੋਗੀਆਂ ਨੇ ਸਾਡੀ ਇਸ ਜਿਹੜੀ ਸਾਹਿਤ ਦਾ ਆਰੰਭ ਅਸੀਂ 8ਵੀਂ-9ਵੀਂ ਸਦੀ ਤੋਂ ਸੁਣਦੇ ਹਾਂ ਔਰ ਉਹਦੀ ਜਿਹੜੀ ਅਪਭ੍ਰੰਸ਼ ਭਾਸ਼ਾ ਦਾ ਪ੍ਰਯੋਗ ਹੋਇਆ। ਲੇਕਿਨ 1112 ਹਿਜਰੀ ਦੇ ਵਿੱਚ ਪੰਜਾਬੀ ਦਾ ਸ਼ਬਦ ਦਾ ਪ੍ਰਯੋਗ ਹੋਇਆ ਸਾਨੂੰ ਮਿਲਦਾ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਬਾਬਾ ਫਰੀਦ ਜੀ ਨੇ ਬਾਣੀ ਰਚੀ, ਜਿਹੜੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਉਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਜਿਹੜੀ ਉਸ ਦੀ ਜਿਹੜੀ ਬੁਨਿਆਦ ਹੈ ਪੰਜਾਬੀ ਭਾਸ਼ਾ ਦੀ, ਸਾਹਿਤ ਦੀ, ਉਸ ਨੂੰ ਇੱਕ ਅਜਿਹਾ ਸਰੂਪ ਪ੍ਰਦਾਨ ਕੀਤਾ ਜਿਸ ਦੇ ਨਾਲ ਉਸ ਨੂੰ ਸਥਾਈਤਵ ਔਰ ਉਸ ਨੂੰ ਜਿਹੜੀ ਹੈਗੀ ਆ ਸ਼੍ਰੇਸ਼ਟਤਾ ਔਰ ਅਨੁਪਮਤਾ ਔਰ ਉਸ ਨੂੰ ਇੱਕ ਅਜਿਹਾ ਆਧਾਰ ਪ੍ਰਦਾਨ ਹੋਇਆ ਜਿਸ ਦੇ ਨਾਲ ਉਹ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈ ਉਸ ਦਾ ਚਾਨਣ ਦਾ, ਪੰਜਾਬੀ ਭਾਸ਼ਾ ਦੇ ਚਾਨਣ ਜਿਹੜਾ ਹੈਗਾ ਫੈਲਣਾ ਸ਼ੁਰੂ ਹੋਇਆ। ਲੇਕਿਨ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਭ ਤੋਂ ਵੱਡੀ ਵਿਸ਼ੇਸ਼ਤਾ, ਖਾਸੀਅਤ ਜਿਹੜੀ ਮੈਂ ਕਹਾਂਗਾ ਕਿ ਉਸ ਸਮੇਂ ਜਿਹੜੀ ਹੈਗੀ ਹੈ ਫਾਰਸੀ ਦਾ ਪ੍ਰਚਲਨ ਸੀ। ਫਾਰਸੀ ਦੇ ਪ੍ਰਚਲਨ ਦੇ ਸਮੇਂ ਗੁਰੂ ਨਾਨਕ ਦੇਵ ਜੀ ਨੇ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਾਂ ਬੋਲੀ ਨੂੰ, ਪੰਜਾਬੀ ਨੂੰ ਅਪਣਾ ਕੇ ਇੱਕ ਪੰਜਾਬੀ ਮਾਂ ਬੋਲੀ 'ਤੇ ਇੱਕ ਅਜਿਹਾ ਉਪਕਾਰ ਕੀਤਾ ਜਿਸ ਦਾ ਦੇਣਾ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ। ਘਰ ਘਰ ਜੀਆਂ ਸਭਨਾ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਬਰ ਤੁਮਾਰੀ। ਅਤੇ ਉਸ ਵੇਲੇ ਫਾਰਸੀ ਜਿਹੜੀ ਬੋਲੀ ਜਾਂਦੀ ਸੀ, ਉਸ ਵੇਲੇ ਪੰਜਾਬੀ ਦੇ ਵਿੱਚ ਇਸ ਕਿਸਮ ਦਾ ਪ੍ਰਮਾਣਿਕ ਸਾਨੂੰ ਗ੍ਰੰਥ ਦੇ ਦੇਣਾ ਔਰ ਪ੍ਰਮਾਣਿਕ, ਔਰ ਉਹ ਕੇਵਲ ਗ੍ਰੰਥ ਨਹੀਂ ਹੈ, ਉਹ ਸਾਡੀਆਂ ਸਮਾਜਿਕ ਜਿਹੜੀਆਂ ਕਦਰਾਂ ਕੀਮਤਾਂ ਨੇ, ਸਾਡੀ ਸੋਚ ਹੈ, ਸਾਡੀ ਜਿਹੜੀ ਵਿਚਾਰਧਾਰਾ ਹੈ, ਜਿਹੜੀ ਮਾਨਵਵਾਦੀ ਹੈ, ਜਿਹੜੀ ਪੂਰੀ, ਜਿਵੇਂ ਆਪਾਂ ਗੱਲ ਕਰੀਏ ਤੇ ਕਿ ਏਕਮਕਾਰ ਦਾ ਜਿਹੜਾ ਸਿਧਾਂਤ ਹੈ ਉਹਦਾ ਮਤਲਬ ਇਹੀ ਹੈ ਕਿ ਜਿਹੜਾ ਸਾਡਾ ਇਹ ਸੰਸਾਰ ਹੈ ਉਹ ਇੱਕ ਹੈ, ਜਿਹੜਾ ਪਰਮਾਤਮਾ ਹੈ ਉਹ ਇੱਕ ਹੈ, ਮਾਨਵਤਾ ਹੈ ਜਿਹੜੀ ਇੱਕ ਹੈ, ਧਰਤੀ ਹੈ ਜਿਹੜੀ ਇੱਕ ਹੈ, ਔਰ ਉਹਦੇ ਵਿੱਚੋਂ ਕੀਤੇ ਜਾਣ ਵਾਲੀ ਜਿਹੜੀ ਭਲਾਈ ਹੈ
ਉਹ ਵੀ ਏਕਤਾ ਦੀ ਸੁਰ ਹੈ। ਜਦੋਂ ਇਹ ਅਸੀਂ ਏਕਤਾ ਦਾ ਸਿਧਾਂਤ ਜਦੋਂ ਸਾਰੇ ਅਪਣਾਉਂਦੇ ਹਾਂ ਔਰ ਉਹ ਜਿਹੜਾ ਹੈਗਾ ਸਾਰੀ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਦਾ ਇੱਕ ਸੰਦੇਸ਼ ਪਹੁੰਚਦਾ। ਇਹ ਸੰਦੇਸ਼ ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ਪ੍ਰਸਾਰਿਤ ਹੋਇਆ ਸਾਡੇ ਗੁਰੂ ਨਾਨਕ ਦੇਵ ਜੀ ਨੇ। ਉਸ ਤੋਂ ਪਹਿਲਾਂ ਜਿਹੜੀਆਂ ਕੀਮਤਾਂ ਉਹਨਾਂ ਨੇ ਬਾਬਾ ਫਰੀਦ ਜੀ ਨੇ ਵੀ ਦਿੱਤੀਆਂ, ਉਹ ਵੀ ਬੜੀਆਂ ਕੀਮਤਾਂ ਮੁੱਲਵਾਨ ਨੇ। ਜੀ ਬਿਲਕੁਲ, ਜੀ ਬਿਲਕੁਲ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਏਕਤਾ ਤੋਂ ਏਕਤਾ ਵੱਲ ਜਾਣਾ ਸਾਨੂੰ ਭਾਸ਼ਾ ਸਿਖਾਉਂਦੀ ਹੈ। ਬਿਲਕੁਲ ਬਿਲਕੁਲ। ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇੱਕ ਦੀ ਗੱਲ ਕੀਤੀ, ਉੱਥੇ ਸਮਾਜ ਦੇ ਵਿੱਚ ਏਕਤਾ ਵੀ ਆਈ, ਉੱਥੇ ਸਮਾਜ ਵਿੱਚ ਸਾਂਝ ਵੀ ਆਈ, ਉੱਥੇ ਇਹ ਮੁਹੱਬਤ ਵੀ ਆਈ ਤੇ ਇੰਜ ਮਹਿਸੂਸ ਹੋਇਆ ਕਿ ਆਪਾਂ ਨਾਲ ਚੱਲਣਾ ਹੈ। ਤੇ ਜਦੋਂ ਭਾਸ਼ਾ ਹੁੰਦੀ ਹੈ, ਭਾਸ਼ਾ ਦੇ ਵਿੱਚ ਵਿਚਾਰਾਂ ਦੀ ਸਾਂਝ ਪੈਂਦੀ ਹੈ, ਜਦੋਂ ਵਿਚਾਰ ਵਟਾਂਦਰੇ ਆਉਂਦੇ ਨੇ ਤਾਂ ਸਮਾਜ ਅੱਗੇ ਨੂੰ ਵੱਧਦਾ ਹੈ। ਹੁਣ ਮੌਜੂਦਾ ਦੌਰ ਦੀ ਗੱਲ ਕਰਦੇ ਹਾਂ। ਮੌਜੂਦਾ ਦੌਰ, ਬੇਸ਼ੱਕ ਅਸੀਂ ਪੁਰਾਣੇ ਸਮੇਂ ਦੇ ਵਿੱਚ ਇਕੱਠੇ ਬੈਠਦੇ ਹੁੰਦੇ ਸਾਂ, ਸਾਡੇ ਸਾਂਝੇ ਚੁੱਲ੍ਹੇ ਹੁੰਦੇ ਸਾਂ, ਅਸੀਂ ਸਾਂਝੇ ਚੁੱਲ੍ਹਿਆਂ ਦੇ ਵਿੱਚ ਇਕੱਠੀ ਅੱਗ ਵੀ ਸੇਕਦੇ ਸਾਂ, ਗੱਲਾਂ ਬਾਤਾਂ ਵੀ ਕਰਦੇ ਸਾਂ। ਪਰ ਹੌਲੀ ਹੌਲੀ ਟੈਕਨੋਲੋਜੀ ਦਾ ਦੌਰ ਆਇਆ, ਹੌਲੀ ਹੌਲੀ ਲੋਕ ਐਡਵਾਂਸ ਹੁੰਦੇ ਗਏ, ਹੌਲੀ ਹੌਲੀ ਐਜੂਕੇਸ਼ਨ ਨੇ ਆਪਣਾ ਪਸਾਰਾ ਹੋਰ ਜ਼ਿਆਦਾ ਕਰਨਾ ਸ਼ੁਰੂ ਕਰ ਦਿੱਤਾ, ਸਾਡਾ ਲਿਟਰੇਸੀ ਰੇਟ ਜ਼ਿਆਦਾ ਵਧਿਆ। ਅਤੇ ਤੁਸੀਂ ਮੌਜੂਦਾ ਦੌਰ ਦੇ ਵਿੱਚ ਜਿੱਥੇ ਅਸੀਂ ਕਹਿੰਦੇ ਹਾਂ ਕਿ ਬਹੁਤ ਹੀ ਲਿਟਰੇਸੀ ਰੇਟ ਵੱਧ ਚੁੱਕਾ ਹੈ, ਉੱਥੇ ਤੁਸੀਂ ਇਹ ਪੰਜਾਬੀ ਭਾਸ਼ਾ ਦੇ ਮੌਜੂਦਾ ਦੌਰ ਦੀ ਵਰਤਮਾਨ ਸਥਿਤੀ ਨੂੰ ਕਿਵੇਂ ਵੇਖਦੇ ਹੋ? ਦੇਖੋ, ਪੰਜਾਬੀ ਭਾਸ਼ਾ ਦੀ ਜੇ ਵਰਤਮਾਨ ਸਥਿਤੀ ਦੇ ਬਾਰੇ ਗੱਲ ਕਰਨੀ ਹੋਵੇ ਤਾਂ ਅਸੀਂ ਕਹਾਂਗੇ ਪੰਜਾਬੀ ਨੇ ਬਹੁਤ ਵਿਕਾਸ ਕੀਤਾ। ਪੰਜਾਬੀ ਸੂਬਾ ਪੰਜਾਬੀ ਭਾਸ਼ਾ ਦੇ ਨਾਂ 'ਤੇ ਬਣਿਆ, ਪੰਜਾਬੀ ਯੂਨੀਵਰਸਿਟੀ ਪੰਜਾਬੀ ਦੇ ਬਿਹਤਰੀ ਵਾਸਤੇ, ਉਸ ਦੇ ਵਿਕਾਸ ਵਾਸਤੇ ਬਣੀ ਹੈ। ਔਰ ਪੰਜਾਬੀ ਦੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਔਰ ਖੋਜ ਦੀ ਦ੍ਰਿਸ਼ਟੀ ਦੇ ਵਿੱਚੋਂ ਇਸ ਦਾ ਬਹੁਤ ਪਸਾਰ ਹੋਇਆ ਹੈ। ਪੰਜਾਬੀ ਉਹ ਪੰਜਾਬੀ ਨਹੀਂ ਹੈ ਰਹੀ ਜਦੋਂ ਇਸ ਨੂੰ ਅਣਡਿੱਠ ਕੀਤਾ ਜਾਂਦਾ ਸੀ। ਪੰਜਾਬੀ ਅੱਜ ਸਾਡੇ ਦਿਲਾਂ 'ਤੇ ਰਾਜ ਕਰਨ ਵਾਲੀ ਭਾਸ਼ਾ ਹੈ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਕਿ ਜਿਹੜੀ ਮਾਂ ਬੋਲੀ ਹੁੰਦੀ ਹੈ, ਜਿਹੜੀ ਭਾਸ਼ਾ ਹੁੰਦੀ ਹੈ, ਉਹ ਸਮਾਜ ਦਾ ਦਿਲ ਹੁੰਦੀ ਹੈ। ਇਸ ਕਰਕੇ ਜਦੋਂ ਦਿਲ ਦੀ ਅਸੀਂ ਹਿਫਾਜ਼ਤ ਕਰਦੇ ਹਾਂ, ਉਸ ਨੂੰ ਅਸੀਂ ਸਾਂਭ ਕੇ ਰੱਖਦੇ ਹਾਂ ਔਰ ਉਸ ਦੀ ਮਜ਼ਬੂਤੀ ਨੂੰ ਅਸੀਂ ਸੁਦ੍ਰਿੜ ਕਰਦੇ ਹਾਂ, ਤਾਂ ਉਸ ਦੇ ਨਾਲ ਸਮਾਜ ਦੀ ਵਿਕਾਸ ਜਿਹੜਾ ਹੈਗਾ ਜੁੜਿਆ ਹੋਇਆ। ਔਰ ਉਸ ਨੂੰ ਇਸ ਕਰਕੇ ਜਿਹੜੀ ਭਾਸ਼ਾ ਹੈਗੀ ਆ, ਉਹ ਮਨੁੱਖ ਦੇ ਵਿਕਾਸ ਵਾਸਤੇ, ਉਹਦੇ ਬੌਧਿਕ ਵਿਕਾਸ ਵਾਸਤੇ, ਉਹਦੀ ਖੁਸ਼ੀ ਵਾਸਤੇ, ਉਸ ਦੀ ਸ਼ਖਸੀਅਤ ਦੀ ਵਿਕਾਸ ਵਾਸਤੇ, ਉਹਦੇ ਸਮਾਜਿਕ ਵਿਕਾਸ ਵਾਸਤੇ, ਉਸ ਦੀ ਖੋਜ ਦੇ ਵਿੱਚ ਸਹਾਇਕ ਹੋਣ ਵਾਸਤੇ, ਉਸ ਦੀ ਮੌਲਿਕਤਾ ਨੂੰ ਜਿਹੜਾ ਬੁਨਿਆਦੀ ਤੌਰ 'ਤੇ ਆਧਾਰ ਪ੍ਰਦਾਨ ਕਰਨ ਵਾਲੀ ਭਾਸ਼ਾ ਹੁੰਦੀ ਹੈ। ਹੁਣ ਅੱਜ ਦੇ ਸਮੇਂ ਦੇ ਵਿੱਚ ਭਾਸ਼ਾ ਜਿਹੜੀ ਹੈਗੀ ਆ, ਉਹ ਬਹੁਤ ਵਿਕਾਸ ਕਰ ਚੁੱਕੀ ਹੈ। ਲੇਕਿਨ ਮੈਂ ਇੱਕ ਗੱਲ ਨਾਲ ਕਹਿਣਾ ਚਾਹੁੰਦਾ ਸ਼ੁਕਰਗੁਜ਼ਾਰ ਜੀ ਕਿ ਭਾਸ਼ਾ ਦੇ ਵਿੱਚ ਜਿਹੜੀ ਹੈਗੀ ਆ, ਉਹ ਵਿਕਾਸ ਦੀਆਂ ਸੰਭਾਵਨਾਵਾਂ ਹਮੇਸ਼ਾ ਬਣੀਆਂ ਰਹਿੰਦੀਆਂ ਨੇ। ਮੈਂ ਮੈਂ ਇਸ ਕਰਕੇ ਮੈਂ ਹਮੇਸ਼ਾ ਇਸ ਗੱਲ ਦਾ ਜਿਹੜਾ ਮੁਦਈ ਰਿਹਾ ਹਾਂ ਕਿ ਭਾਸ਼ਾ ਦੇ ਵਿੱਚ ਕਿਸ ਤਰ੍ਹਾਂ ਵਿਕਾਸ ਹੋਣਾ ਚਾਹੀਦਾ। ਹੁਣ ਮੈਂ ਪਿੱਛੇ ਜੇ ਮੇਰੇ ਗਿਆਨ ਦੇ ਵਿੱਚ ਆਈ ਇਹ ਗੱਲ ਕਿ ਸਾਡੇ ਜਿਹੜੇ ਪੰਜਾਬ ਦਾ ਜਿਹੜੇ ਜੱਜ ਸਾਹਿਬਾਨ ਨਿਯੁਕਤ ਹੁੰਦੇ ਨੇ, ਉਹਦੇ ਵਿੱਚ ਪੰਜਾਬੀ ਦਾ ਇੱਕ 150 ਦਾ ਨੰਬਰ ਦਾ ਪੇਪਰ ਲਾਇਆ। ਉਹ ਪੇਪਰ ਇਸ ਕਰਕੇ ਲਾਇਆ ਕਿਉਂਕਿ ਅਸੀਂ ਜਿਹੜੇ ਫੈਸਲੇ ਨੇ ਉਹ ਪੰਜਾਬ ਦੇ ਲੋਕਾਂ ਨੂੰ ਦੇਣੇ ਨੇ। ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਵਿੱਚ ਆ ਕੇ ਆਪਣੇ ਫੈਸਲਿਆਂ ਦੀ ਮੰਗ ਕਰਨੀ ਹੈ। ਇਸ ਕਰਕੇ ਜੋ ਪੰਜਾਬੀ ਦੇ ਵਿੱਚ ਹੋਣਗੇ ਤਾਂ ਉਹਨਾਂ ਦੀ ਸੌਖੀ ਸਮਝ ਆਏਗੀ। ਲੇਕਿਨ ਅਜੇ ਵੀ ਬਹੁਤ ਹੋਰ ਕੁਝ ਸੰਭਾਵਨਾ ਹੈਗੀਆਂ ਕਿ ਜਿਹਦੇ ਵਿੱਚ ਅਸੀਂ ਜਿਹੜੇ ਹੁਣ ਅਸੀਂ ਦੇਖ ਰਹੇ ਹਾਂ ਕਿ IAS ਦੇ ਵਿੱਚ ਪੰਜਾਬੀ ਦਾ ਇੱਕ ਪੇਪਰ ਹੈ। ਬਹੁਤ ਸਾਰੇ ਸੱਜਣ ਜਿਹੜੇ ਰਹੇ ਆ ਪੰਜਾਬੀ ਦੇ ਵਿੱਚ ਪਾਸ ਕਰਕੇ IAS ਲੱਗਦੇ ਨੇ। ਅਤੇ ਇਸ ਕਰਕੇ ਇਹ ਜਿਹੜੀ ਧਾਰਨਾ ਹੈਗੀ ਹੈ ਨਾ ਕਿ ਕੋਈ ਦੂਸਰੀ ਭਾਸ਼ਾ, ਵਿਦੇਸ਼ੀ ਭਾਸ਼ਾ ਜਿਹੜੀ ਹੈਗੀ ਹੈ ਸਰੇਸ਼ਟ ਹੈ, ਸਰਵਸ਼੍ਰੇਸ਼ਟ ਹੈ ਦੁਨੀਆ ਦੇ ਵਿੱਚ, ਨਹੀਂ ਇਹੋ ਜਿਹਾ ਨਹੀਂ ਹੈ, ਬਿਲਕੁਲ ਨਹੀਂ। ਮੈਂ ਪਿੱਛੇ ਜੇ ਅਧਿਐਨ ਕੀਤਾ ਔਰ ਮੈਨੂੰ ਪਤਾ ਲੱਗਿਆ ਕਿ ਕੋਈ 5 ਕਰੋੜ ਲੋਕ ਅਮਰੀਕਾ ਦੇ ਇਹ ਲਿਖ ਕੇ ਦਿੰਦੇ ਨੇ ਕਿ ਅਸੀਂ ਘਰਾਂ ਦੇ ਵਿੱਚ ਅੰਗਰੇਜ਼ੀ ਨਹੀਂ ਬੋਲਦੇ। ਔਰ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੀ ਅੰਗਰੇਜ਼ੀ ਹੈਗੀ ਆ, ਉਹ ਦੁਨੀਆ ਦੀ ਸ੍ਰੇਸ਼ਟ ਔਰ 1 ਨੰਬਰ ਦੀ ਭਾਸ਼ਾ ਨਹੀਂ ਹੈ, ਉਹ ਤੀਸਰੇ ਨੰਬਰ ਦੀ ਭਾਸ਼ਾ ਹੈ। ਉਸ ਤੋਂ ਪਹਿਲਾਂ ਵੀ ਭਾਸ਼ਾ ਬੋਲੀ ਜਾਂਦੇ ਨੇ। ਤੇ ਇਸ ਕਰਕੇ ਸਾਡੀ ਜਿਹੜੀ ਪੰਜਾਬੀ ਦੀ ਭਾਸ਼ਾ ਹੈ, ਉਹ ਅਸੀਂ ਜਿੰਨਾ ਇਸ ਨੂੰ ਅਸੀਂ ਹੋਰ ਇਹਨੂੰ ਆਪਣੇ ਦਿਲ ਨਾਲ ਲਾਵਾਂਗੇ ਔਰ ਇਹਨੂੰ ਆਪਣੇ ਖਿਆਲਾਂ ਦੀ ਜਿਹੜੀ ਖੁਸ਼ਬੂ ਬਣਾਵਾਂਗੇ, ਉਸ ਵੇਲੇ ਔਰ ਉਹ ਹੋਰ ਸਾਨੂੰ ਮੌਕੇ ਦੇਵੇਗੀ ਵਿਕਾਸ। ਜੀ ਬਿਲਕੁਲ, ਇਹ ਤਾਂ ਗੱਲ ਠੀਕ ਹੈ ਤੁਹਾਡੀ ਵੀ ਸਾਨੂੰ ਵਿਕਾਸ ਦੇ ਮੌਕੇ ਵੀ ਦੇਵੇਗੀ, ਸਾਨੂੰ ਰੁਜ਼ਗਾਰ ਦੇ ਮੌਕੇ ਵੀ ਦੇਵੇਗੀ ਸਾਡੀ ਭਾਸ਼ਾ। ਪਰ ਤੁਸੀਂ ਗੱਲ ਕੀਤੀ ਹੈ ਕਿ ਦੁਨੀਆ ਦੇ 5 ਕਰੋੜ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਅੰਗਰੇਜ਼ੀ ਭਾਸ਼ਾ ਨਹੀਂ ਬੋਲਦੇ। ਪਰ ਮੈਂ ਅੱਜ ਦੇ ਦੌਰ 'ਚ ਆਪਣੇ ਪੰਜਾਬ ਦੀ ਗੱਲ ਕਰ ਲੈਂਦਾ ਹਾਂ। ਪਿੱਛੇ ਜੇ ਇੱਕ ਸਰਵੇ ਹੋਇਆ ਸੀ ਜਿੱਥੇ ਇਹ ਕਿਹਾ ਗਿਆ ਸੀ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ, ਪੰਜਾਬ ਦੇ ਕਾਲਜਾਂ ਦੇ ਵਿੱਚ ਪੰਜਾਬੀ ਕੋਰਸਾਂ ਦੇ ਵਿੱਚ ਦਾਖਲਾ ਘੱਟ ਹੋਇਆ, IELTS ਦੇ ਟੈਸਟ ਜ਼ਿਆਦਾ ਹੋਏ। ਲੋਕਾਂ ਨੇ ਬਾਹਰ ਜਾਣ ਦੀ ਹੋੜ ਲੱਗ ਗਈ, IELTS ਦੇ ਟੈਸਟ ਜ਼ਿਆਦਾ ਦਿੱਤੇ, ਇੱਥੋਂ ਤੱਕ ਕਿ ਨਾਮਵਰ ਯੂਨੀਵਰਸਿਟੀਆਂ ਦੇ ਨਾਮਵਰ ਕਾਲਜਾਂ ਦੇ ਵਿੱਚ ਪੰਜਾਬੀ ਦੇ ਕੋਰਸ ਇਸ ਕਰਕੇ ਬੰਦ ਕੀਤੇ ਗਏ ਕਿਉਂਕਿ ਐਡਮਿਸ਼ਨਾਂ ਨਹੀਂ ਹੋ ਰਹੀਆਂ ਸੀ। ਤੁਸੀਂ
5000 ਕਰੋੜ ਇੱਕ ਬੰਨੇ ਕਹਿ ਰਹੇ ਹੋ ਵੀ ਉਹ ਇੰਗਲਿਸ਼ ਨਹੀਂ ਬੋਲਦੇ, ਪਰ ਸਾਡਾ ਪੰਜਾਬ ਆਇਲਸ ਦੇ ਟੈਸਟ ਦੇਈ ਜਾ ਰਿਹਾ ਹੈ, ਬਾਹਰ ਜਾਣ ਦੀ ਹੋੜ ਲੱਗੀ ਹੈ। ਇਹ ਦੋਵੇਂ ਸੰਦਰਭਾਂ ਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ? ਇਹ ਐਕਚੁਅਲੀ ਗੱਲ ਜਿਹੜੀ ਅਸਲ ਵਿੱਚ ਗੱਲ ਇਹ ਹੈ ਸ਼ੁਕਰਗੁਜ਼ਾਰ ਜੀ, ਕਿ ਜਦੋਂ ਇੱਥੇ ਸਾਡੇ ਵਿਦੇਸ਼ੀ ਹਮਲਾਵਰ ਆਏ ਤਾਂ ਉਹਨਾਂ ਨੇ ਆਪਣੀ ਭਾਸ਼ਾ ਦਾ ਵਰਚਸਵ ਜਿਹੜਾ ਭਾਸ਼ਾ ਦੀ ਜਿਹੜੀ ਉੱਚਤਾ ਹੈਗੀ ਆ ਉਹ ਇੱਥੇ ਸਥਾਪਿਤ ਕੀਤੀ, ਔਰ ਅਸੀਂ ਹੌਲੀ ਹੌਲੀ ਉਹ ਅਸੀਂ ਸਾਡੇ ਦਿਲਾਂ ਦੇ ਵਿੱਚ ਇੱਕ ਇਸ ਕਿਸਮ ਦੀ ਜਿਹੜਾ ਹੈਗਾ ਉਹ ਇੱਕ ਅੜਚਨ ਬਣ ਗਈ ਕਿ ਇਹਦੇ ਤੇ ਬਿਨਾਂ ਜਿਹੜਾ ਹੈਗਾ ਵਿਕਾਸ ਨਹੀਂ ਕਰ ਸਕਦਾ, ਸਾਡਾ ਬੱਚਾ ਨਹੀਂ ਪੜ੍ਹ ਸਕਦਾ। ਬਲਕਿ ਮੈਂ ਕਹਿਣਾ ਕਿ ਅਸੀਂ ਬੱਚੇ ਦੇ ਨਾਲ ਬਹੁਤ ਨਾਇਨਸਾਫੀ ਕਰਦੇ ਹਾਂ ਜਦੋਂ ਉਸ ਨੂੰ ਅਸੀਂ ਉਸ ਦੇ ਉੱਤੇ ਦੂਸਰੀ ਭਾਸ਼ਾ ਉਹਨੂੰ ਥੋਪਦੇ ਹਾਂ, ਪੜ੍ਹਨ ਤੇ ਉਹਨੂੰ ਮਜਬੂਰ ਕਰਦੇ ਹਾਂ। ਔਰ ਅਸੀਂ ਸਾਡੇ ਕੋਲੇ ਬਹੁਤ ਸਾਰੇ ਪ੍ਰਮਾਣ ਨੇ। ਮੈਂ ਜਿਹੜੀ ਗੱਲ ਕੀਤੀ ਸੀ ਇਕੱਲੇ ਅਮਰੀਕਾ ਦੇ ਵੱਲ ਗੱਲ ਕੀਤੀ ਸੀ, ਇਕੱਲੇ ਅਮਰੀਕਾ ਦੇ ਵਿੱਚ 5 ਕਰੋੜ ਲੋਕਾਂ ਨੇ ਇਹ ਗੱਲ ਕਹੀ ਸੀ। ਇਹ 1991-92 ਦਾ ਸਰਵੇ ਹੈ, ਉਸ ਤੋਂ ਪਹਿਲਾਂ ਦਾ। ਅਤੇ ਇਸ ਕਰਕੇ ਇਹ ਗੱਲ ਬਿਲਕੁਲ ਸਾਡੇ ਮਨਾਂ ਦੇ ਵਿੱਚ। ਔਰ ਜਿਹੜੀ ਇੱਕ ਮੈਂ ਹੋਰ ਜਿਹੜੀ ਮੈਂ ਪੜ੍ਹਦਾ ਰਹਿਣਾ, ਮੈਂ ਇਹਦੇ ਵਿੱਚ ਇੱਕ ਹੋਰ ਤੁਹਾਡੇ ਨਾਲ ਸਾਂਝੀ ਜਾਣਕਾਰੀ ਕਰਨਾ ਚਾਹੁੰਦਾ ਕਿ ਮਾਈਕਰੋਸਾਫਟ ਨੇ ਇੱਕ ਜਿਹੜਾ ਸਰਵੇ ਕੀਤਾ ਉਹਦੇ ਵਿੱਚ ਇਹ ਲਿਖਿਆ ਕਿ ਜਿਹੜਾ ਭਾਰਤ ਦੇ ਵਿੱਚ ਜਿਹੜਾ 95% ਜਿਹੜਾ ਵਪਾਰਕ ਲੈਣ ਦੇਣ ਹੈ ਉਹ ਖੇਤਰੀ ਭਾਸ਼ਾਵਾਂ 'ਚ ਹੁੰਦਾ। ਬਿਲਕੁਲ। ਇਸ ਕਰਕੇ ਜਦੋਂ ਅਸੀਂ ਸਾਡੇ ਰਵਿੰਦਰਨਾਥ ਟੈਗੋਰ ਜੀ ਦੀ ਅਸੀਂ ਗੱਲ ਦੇਖਦੇ ਹਾਂ ਕਿ ਜੇ ਉਹਨਾਂ ਨੂੰ ਸਾਹਿਤ ਪੁਰਸਕਾਰ ਨੋਬਲ ਪੁਰਸਕਾਰ ਮਿਲਿਆ ਤਾਂ ਉਹਨਾਂ ਨੂੰ ਮਾਂ ਬੋਲੀ ਪੰਜਾਬੀ 'ਚ ਮਿਲਿਆ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਦੁਨੀਆ ਦੇ ਵਿੱਚ ਉਸ ਦੇ ਵਿੱਚੋਂ ਸ਼ਲੋਕ ਕੱਢ ਕੇ ਲੋਕ ਉਹਨੂੰ ਜੋ ਇਹਨੂੰ ਉਸ ਦੇ ਵਿੱਚ ਉਹਨੂੰ ਕੋਟ ਕਰ ਰਹੀ ਆ, ਉਸ ਜਿਹੜੇ ਹੈਗੇ ਉਹਨਾਂ ਨੂੰ ਨੈਤਿਕ ਸਿੱਖਿਆ ਵਾਸਤੇ ਉਹ ਕਰ ਰਹੇ। ਔਰ ਇਹ ਹੋਣਾ ਹੈਗਾ। ਅੱਛਾ, ਲੇਕਿਨ ਇਹ ਸਾਡੇ ਤੁਸੀਂ ਗੱਲ ਬਿਲਕੁਲ ਠੀਕ ਹੈ, ਕੁਛ ਹੱਦ ਤੱਕ ਹੈਗੀ ਹੈ ਇਹ ਗੱਲ, ਲੇਕਿਨ ਹੁਣ ਉਸ ਤੋਂ ਦੂਰ ਹੋਣ ਦਾ ਸਮਾਂ ਹੈ। ਜਿਹੜੀ ਤੁਸੀਂ ਸਕੂਲਾਂ ਕਾਲਜਾਂ 'ਚ ਕੀਤੀ ਹੈ ਪੰਜਾਬੀ ਦੀ, ਜਿੰਨਾ ਚਿਰ ਅਸੀਂ ਪੰਜਾਬੀ ਨੂੰ ਰੁਜ਼ਗਾਰ ਦੇ ਨਾਲ ਨਹੀਂ ਜੋੜਦੇ, ਅੱਛਾ ਉਸ ਨੂੰ ਆਪਣੇ ਈਮਾਨ ਦੇ ਨਾਲ ਨਹੀਂ ਜੋੜਦੇ, ਅਸੀਂ ਰੋਜ਼ਮर्रा ਦੀ ਬੋਲਚਾਲ ਦੇ ਨਹੀਂ ਉਹ ਕਰਦੇ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈਣਾ, ਉਹ ਇਹ ਆ ਕਿ ਕੇਰਲਾ ਦੀ ਜਿਹੜੀ ਮੈਗਜ਼ੀਨ ਹੈ ਮਨੋਰਮਾ, ਉਹਦਾ 15 ਲੱਖ ਰੋਜ਼ਾਨਾ ਸ਼ਬਦ ਹੈ ਅਖਬਾਰ, ਰੋਜ਼ਾਨਾ ਅਖਬਾਰ। ਕਿਉਂ? ਇਹਦਾ ਮਤਲਬ ਉਹ ਪੰਜਾਬੀ ਆਪਣੇ ਕੇਰਲੀ ਭਾਸ਼ਾ ਨੂੰ ਪੜ੍ਹਦੇ ਨੇ, ਉਹ ਮਲਿਆਲਮ ਭਾਸ਼ਾ ਨੂੰ ਪੜ੍ਹਦੇ ਨੇ ਉਹ। ਤੇ ਇਸ ਕਰਕੇ ਸ਼੍ਰੀਮਾਨ ਜੀ ਇਹ ਜਿਹੜੀ ਸਾਨੂੰ ਜਿੰਨੀ ਅਸੀਂ ਇਹਨੂੰ ਜਲਦੀ ਅਸੀਂ ਇਸ ਗੱਲ ਤੋਂ ਦੂਰ ਹੋਵਾਂਗੇ ਕਿ ਪੰਜਾਬੀ ਹੁਣ ਪੰਜਾਬੀ ਜਿਹੜੀ ਹੈਗੀ ਆ, ਹੁਣ ਮੈਂ ਪਿੱਛੇ ਸਰਵੇ ਕੀਤਾ ਆਇਆ ਜਿਹੜਾ ਹੈਗਾ ਕਿ ਕੈਨੇਡਾ ਦੇ ਵਿੱਚ ਹੀ 46% ਲੋਕ ਪੰਜਾਬੀ ਨੂੰ ਅਪਣਾ ਰਹੇ ਨੇ। ਤੇ ਇਸ ਕਰਕੇ ਇਹ ਨਹੀਂ ਹੈ ਭਾਸ਼ਾ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤਾਂ ਬੜੀ ਖੂਬਸੂਰਤ ਉਦਾਹਰਨਾਂ ਆਉਂਦੀਆਂ ਨੇ ਕਿ ਜੇ ਤੁਸੀਂ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਸਵਾਲ ਪੁੱਛਦੇ ਹੋ ਕਿ ਫਲਾਣ ਜਗ੍ਹਾ ਕਿੱਥੇ ਆ, ਉਹ ਉੱਤਰ ਨਹੀਂ ਦਿੰਦੇ। ਦੇਖੋ, ਇਹ ਮਾਂ ਬੋਲੀ ਦੀ ਗੱਲ ਹੁੰਦੀ ਹੈ ਨਾ, ਪੰਜਾਬੀ ਸਾਡੀ ਮਾਂ ਬੋਲੀ ਹੈ, ਤਾਂ ਮਾਂ ਸ਼ਬਦ ਸਾਡੇ ਆਪ ਮੁਹਾਰੇ ਅੱਗੇ ਆ ਜਾਂਦਾ ਹੈ। ਮਾਂ ਦੇ ਉੱਤੇ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਬੱਚੇ ਨੂੰ ਕਿੱਧਰ ਤੋਰਨਾ। ਇਹ ਬੱਚੇ ਨੂੰ ਉਹ ਕਿਸੇ ਵੀ ਭਾਸ਼ਾ ਦੇ ਨਾਲ ਜੋੜ ਸਕਦੀ ਹੈ, ਹਾਲੇ ਕਿ ਉਸ ਦੀ ਮੁੱਢਲੀ ਭਾਸ਼ਾ ਮਾਂ ਦੇ ਹੁੰਗਾਰਿਆਂ ਤੋਂ ਹੀ ਬੱਚਾ ਸਿੱਖਦਾ ਹੈ। ਅਤੇ ਫਿਰ ਹੌਲੀ ਹੌਲੀ ਜਦੋਂ ਹੁੰਗਾਰੇ ਸ਼ਬਦੀ ਰੂਪ ਵਿੱਚ ਜੁੜਨ ਲੱਗ ਜਾਂਦੇ ਨੇ, ਅੱਖਰ ਬਣ ਕੇ ਜਦੋਂ ਸ਼ਬਦ ਬਣਨ ਲੱਗ ਪੈਂਦਾ ਹੈ, ਤਾਂ ਮਾਂ ਬੋਲੀ ਆਪਣਾ ਹੀ ਆਨੰਦ ਦੇਣਾ ਸ਼ੁਰੂ ਕਰ ਦਿੰਦੀ ਹੈ। ਇਹ ਤੋਤਲੀਆਂ ਗੱਲਾਂ ਸਾਨੂੰ ਸੋਹਣੀਆਂ ਲੱਗਦੀਆਂ ਨੇ, ਬੱਚੇ ਨੂੰ ਮਾਂ ਦੀਆਂ ਲੋਰੀਆਂ ਸੋਹਣੀਆਂ ਲੱਗਦੀਆਂ ਨੇ। ਅਤੇ ਮਾਂ ਕਿਸ ਤਰ੍ਹਾਂ ਦਾ ਰੋਲ ਅਦਾ ਕਰ ਰਹੀ ਹੈ ਪੰਜਾਬੀ ਮਾਤ ਭਾਸ਼ਾ ਨੂੰ ਲੈ ਕੇ ਸਾਡੇ ਸਮਾਜ ਦੇ ਵਿੱਚ? ਦੇਖੋ, ਪੰਜਾਬੀ 'ਚ ਤਾਂ ਇਹੀ ਕਿਹਾ ਜਾਂਦਾ ਕਿ ਜਿਸ ਤਰ੍ਹਾਂ ਦੇ ਮਾਏ ਉਸ ਤਰ੍ਹਾਂ ਦੇ ਜਾਏ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਮਾਂ ਦੁਨੀਆ ਦਾ ਸਭ ਤੋਂ ਪਿਆਰਾ ਸ਼ਬਦ ਹੈ ਜੀ, ਸਭ ਤੋਂ ਖੂਬਸੂਰਤ ਸ਼ਬਦ ਹੈ, ਸਭ ਤੋਂ ਮਮਤਾਮਈ ਸ਼ਬਦ ਹੈ, ਸਭ ਤੋਂ ਜ਼ਿਆਦਾ ਮੁਹੱਬਤ ਦੇ ਨਾਲ ਬੋਲਿਆ ਜਾਣ ਵਾਲਾ ਸ਼ਬਦ ਹੈ। ਮਾਂ ਤੋਂ ਬਿਨਾਂ ਅਸੀਂ ਸੰਸਾਰ ਦੀ ਕਲਪਨਾ ਨਹੀਂ ਕਰ ਸਕਦੇ ਜੀ, ਇਸ ਦੁਨੀਆ ਦੇ ਜਿਹੜਾ ਨਿਰਮਾਣ ਦੀ ਗੱਲ ਨਹੀਂ ਕਰ ਸਕਦੇ ਜੀ। ਜੇ ਪਰਮਾਤਮਾ ਤੋਂ ਇਲਾਵਾ ਕਿਸੇ ਨੂੰ ਰੱਬ ਦਾ ਦਰਜਾ ਪ੍ਰਾਪਤ ਹੈ ਤਾਂ ਉਹ ਮਾਂ ਨੂੰ ਪ੍ਰਾਪਤ ਹੈ ਜੀ। ਪਾਕਿਸਤਾਨ ਦੇ ਇੱਕ ਸ਼ਾਇਰ ਨੇ ਇੱਕ ਥਾਂ ਮੁਸ਼ਾਇਰੇ 'ਚ ਪੜ੍ਹਿਆ ਸੀ, ਉਹ ਗੱਲ ਮੇਰੇ ਹੁਣ ਤੱਕ ਯਾਦ ਹੈ ਕਿ ਜਿਸ ਘਰ ਦੇ ਵਿੱਚ ਮਾਂ ਨਹੀਂ ਹੁੰਦੀ ਉਸ ਘਰ ਦੇ ਵਿੱਚ ਛਾਂ ਨਹੀਂ ਹੁੰਦੀ। ਸੋ ਦੋਸਤੋ, ਅਸੀਂ ਛਾਵਾਂ ਮੰਨਣੀਆਂ ਤਾਂ ਸਾਨੂੰ ਮਾਂ ਦਾ ਜਿਹੜਾ ਹੈਗਾ ਉਹ ਲੜ ਫੜਨਾ ਪਏਗਾ। ਮਾਂ ਦੀ ਜਿਹੜੀ ਮੁਹੱਬਤ ਹੈ ਉਹ ਸਾਡੇ ਦਿਲਾਂ ਦੇ ਵਿੱਚ ਰਸ ਘੋਲਦੀ ਹੈ। ਮਾਂ ਜਿਹੜੀ ਹੈਗੀ ਆ ਉਹ ਤੁਰਨਾ ਸਿਖਾਉਂਦੀ ਹੈ ਬੰਦੇ ਨੂੰ ਉਂਗਲੀ ਫੜ ਕੇ, ਔਰ ਮਾਂ ਉਸ ਨੂੰ ਕਲਪਨਾ ਦੇ ਵਿੱਚ, ਲੋਰੀਆਂ ਦੇ ਵਿੱਚ ਉਸ ਨੂੰ ਆਕਾਸ਼ ਦੇ ਨਾਲ ਵਾਰਤਾਲਾਪ ਕਰਨਾ ਸਿਖਾਉਂਦੀ ਹੈ, ਔਰ ਉਸ ਨੂੰ ਬਹਾਦਰ ਵੀ ਮਾਂ ਬਣਾਉਂਦੀ ਹੈ। ਅਬਲਾ ਨਹੀਂ ਹੈ ਇਸਤਰੀ, ਮਾਂ ਅਬਲਾ ਨਹੀਂ ਹੁੰਦੀ।
ਅਬਲਾ ਇਸਤਰੀ ਦੇ ਤਾਂ ਬਹੁਤ ਰੂਪ ਨੇ, ਸਰਸਵਤੀ ਉਸ ਨੂੰ ਕਿਹਾ ਗਿਆ, ਉਸ ਨੂੰ ਜਿਹੜੀ ਹੈਗੀ ਆ ਆਪਾਂ ਝਾਂਸੀ ਦੀ ਰਾਣੀ ਦੀ, ਸਾਡੇ ਹੋਰ ਬਹੁਤ ਸਾਰੀਆਂ ਵੀਰਾਂਗਣਾ ਨੇ ਸਾਡੇ ਪੰਜਾਬ ਦੇ ਵਿੱਚ। ਤਾਂ ਇਸ ਕਰਕੇ ਮਾਂ ਦਾ ਜਿਹੜਾ ਰੋਲ ਹੈ ਬੁਨਿਆਦੀ ਰੋਲ ਹੈ। ਲੇਕਿਨ ਮਾਵਾਂ ਜਿਹੜਾ ਸਾਡਾ ਪ੍ਰਚਾਰ ਤੰਤਰ ਹੈ ਉਹ ਕਈ ਵਾਰੀ ਮਾਵਾਂ ਨੂੰ ਵੀ ਉਹਨਾਂ ਦਾ ਵੀ ਮਾਰਗ ਜਿਹੜਾ ਭਟਕਾ ਦਿੰਦਾ, ਉਸ ਤੋਂ ਰਸਤੇ ਤੋਂ ਹਟਾ ਦਿੰਦਾ। ਅਤੇ ਮਾਵਾਂ ਨੂੰ ਮਾਂ ਬੋਲੀ, ਮੈਂ ਦੇਖਿਆ ਤੁਹਾਡਾ ਜਿਹੜਾ ਦਰਦ ਹੈ ਇਹ ਸਵਾਲ ਨਹੀਂ ਹੈ, ਇਹ ਦਰਦ ਹੈ। ਤੁਸੀਂ ਇਹ ਗੱਲ ਉਸ ਅਨੁਭਵ ਦੇ ਵਿੱਚੋਂ ਕਿਤੋਂ ਨਾ ਕਿਤੋਂ ਕਹਿ ਰਹੇ ਹੋ ਕਿ ਕੁਛ ਮਾਵਾਂ ਜਿਹੜੀਆਂ ਨੇ ਉਹ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਨਹੀਂ ਬੋਲਦੀਆਂ, ਉਹਨਾਂ ਨਾਲ ਗੱਲ ਨਹੀਂ ਕਰਦੀਆਂ। ਉਹ ਆਪਣੇ ਨਾਲ ਵੀ ਨਾਇਨਸਾਫੀ ਕਰ ਰਹੀਆਂ ਨੇ, ਆਪਣੇ ਬੱਚਿਆਂ ਨਾਲ ਵੀ ਨਾਇਨਸਾਫੀ ਕਰ ਰਹੀਆਂ ਨੇ, ਆਪਣੇ ਸਮਾਜ ਨਾਲ ਵੀ ਨਾਇਨਸਾਫੀ ਕਰ ਰਹੀਆਂ ਨੇ, ਆਪਣੇ ਭਵਿੱਖ ਨਾਲ ਵੀ ਨਾਇਨਸਾਫੀ ਕਰ ਰਹੀਆਂ ਨੇ। ਇਸ ਕਰਕੇ ਸਮਾਜ ਦੀ ਜਿਹੜਾ ਕਲਿਆਣ ਹੈ ਸਮਾਜ ਦਾ, ਮਾਂ ਇਕੱਲੀ ਮਾਂ ਨਹੀਂ ਹੈ, ਉਹ ਭਵਿੱਖ ਵੀ ਹੈ ਸਮਾਜ ਦਾ। ਜੀ ਬਿਲਕੁਲ। ਉਹ ਸਮਾਜ ਦਾ ਸਾਡੇ ਰਿਸ਼ਤਿਆਂ ਦੀ ਸੁਗੰਧ ਵੀ ਹੈ, ਸਾਡੇ ਰਿਸ਼ਤਿਆਂ ਦਾ ਜਿਹੜਾ ਹੈਗਾ ਉਹ ਕੋਮਲਤਾ ਵੀ ਹੈ। ਬਿਲਕੁਲ। ਉਹ ਸਾਡੀ ਜ਼ਿੰਦਗੀ ਦਾ ਹੁਨਰ ਤੇ ਹੁਸਨ ਵੀ ਹੈ। ਬਿਲਕੁਲ ਜੀ ਬਿਲਕੁਲ। ਤੇ ਜਿੰਨੀ ਖੂਬਸੂਰਤੀ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਸੁਪਨਿਆਂ ਦੇ ਵਿੱਚ, ਸਾਡੀਆਂ ਨਜ਼ਰਾਂ ਦੇ ਵਿੱਚ ਮਾਂ ਭਰ ਸਕਦੀ ਹੈ, ਕੋਈ ਨਹੀਂ ਭਰ ਸਕਦਾ। ਇਸ ਕਰਕੇ ਮਾਂ ਦੀ ਮਮਤਾ ਦੁੱਧ ਤੋਂ ਚਿੱਟੀ ਹੁੰਦੀ ਹੈ ਔਰ ਸ਼ਾਇਦ ਤੋਂ ਮਿੱਠੀ ਹੁੰਦੀ ਹੈ। ਵਾਹ, ਕਿਆ ਬਾਤ ਹੈ ਜੀ। ਮਾਂ ਦੀ ਮਮਤਾ ਦੁੱਧ ਤੋਂ ਚਿੱਟੀ ਹੁੰਦੀ ਹੈ ਤੇ ਸ਼ਾਇਦ ਤੋਂ ਮਿੱਠੀ ਹੁੰਦੀ ਹੈ। ਅਤੇ ਇਸ ਕਰਕੇ ਮਾਵਾਂ ਜਦੋਂ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜਦੀਆਂ ਨੇ ਤਾਂ ਆਪੇ ਹੀ ਸਮਾਜ ਦਾ ਭਵਿੱਖ ਉਜਵਲ ਹੋ ਜਾਵੇਗਾ। ਸਾਨੂੰ ਆਪਣਾ ਰੋਲ ਅਦਾ ਕਰਨਾ ਪਵੇਗਾ, ਮਾਪਿਆਂ ਨੂੰ ਵੀ ਰੋਲ ਆਪਣਾ ਅਦਾ ਕਰਨਾ ਪਵੇਗਾ। ਵਿਚਾਰ ਚਰਚਾ ਜਾਰੀ ਰੱਖਾਂਗੇ, ਭਵਿੱਖ ਦੇ ਵਿੱਚ ਕੀ ਚੁਣੌਤੀਆਂ ਨੇ ਇਸ ਉੱਤੇ ਵੀ ਗੱਲਬਾਤ ਕਰਾਂਗੇ। ਪਰ ਫਿਲਹਾਲ ਸਮਾਂ ਹੋ ਗਿਆ ਹੈ ਜੀ ਇੱਕ ਗੀਤ ਦਾ, ਆਓ ਜੁੜਦੇ ਹਾਂ ਗੀਤ ਦੇ ਨਾਲ। ਪੰਜਾਬੀਏ ਜ਼ਬਾਨੀ ਨੀ ਰਕਾਨੇ ਮੇਰੇ ਦੇਸ ਦੀਏ, ਪੰਜਾਬੀਏ ਜ਼ਬਾਨੀ ਨੀ ਰਕਾਨੇ ਮੇਰੇ ਦੇਸ ਦੀ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ, ਮੇਡੀਆਂ ਖਿਲਾਰੀ ਫਿਰੇ ਨੀ ਬੁੱਲੇ ਦੀਏ ਕਾਫੀਏ, ਕੀਨੇ ਤੇਰਾ ਲਾ ਲਿਆ ਸ਼ਿੰਗਾਰਨੀ, ਪੰਜਾਬੀਏ ਜ਼ਬਾਨ ਨੀ ਰਕਾਨੇ ਮੇਰੇ ਦੇਸ ਦੀਏ। ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਢੱਲੇ ਜਾਈ, ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਢੱਲੇ ਜਾਈ, ਤੂੰ ਬਾਬੇ ਦੀ ਬਾਣੀ ਬਣ ਕੇ ਗੁਰੂਆਂ ਦੇ ਘਰ ਆਈ, ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਦਿਨਾਂ ਵਿੱਚ ਹੋ ਗਈ ਮੁਟਿਆਰਨੀ, ਪੰਜਾਬੀਏ ਜ਼ਬਾਨ ਨੀ ਰਕਾਨੇ ਮੇਰੇ ਦੇਸ ਦੀਏ। ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ, ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ, ਹਰ ਪੰਜਾਬੀ ਦੀ ਮਾਂ ਬਣ ਕੇ ਘਰ ਘਰ ਕਦਰ ਪਵਾਈ, ਟੋਲੇ ਮਾਈਏ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ, ਟੋਲੇ ਮਾਈਏ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ, ਕਾਫੀਆਂ ਸਵਈਏ ਤੇਰਾ ਪਿਆਰ ਨੀ, ਪੰਜਾਬੀਏ ਜ਼ਬਾਨ ਨੀ ਰਕਾਨੇ ਮੇਰੇ ਦੇਸ ਦੀਏ। ਵਾਰਸ ਬੁੱਲੇ ਸ਼ਾਹ ਹੁਸੈਨ ਜੈ ਹਾਸ਼ਮ ਕਾਦਰੀਆਣਾ, ਵਾਰਸ ਬੁੱਲੇ ਸ਼ਾਹ ਹੁਸੈਨ ਜੈ ਹਾਸ਼ਮ ਕਾਦਰੀਆਣਾ,
ਕਰ ਕਰ ਵਿੱਚ ਤੈਨੂੰ ਅਦਬ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ। ਸੰਨ 47 ਵਿੱਚ ਹੋਇਆ ਅਦਰੰਗ ਤੈਨੂੰ, ਸੰਨ 47 ਵਿੱਚ ਹੋਇਆ ਅਦਰੰਗ ਤੈਨੂੰ, ਫੇਰ ਨਾ ਤੂੰ ਹੋਈ ਪੱਬਾਂ ਪਾਰਨੀ। ਪੰਜਾਬੀਏ ਜ਼ਬਾਨੇ ਨੀ ਰਕਾਨੇ। ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬੀ ਭਾਸ਼ਾ ਦੀ ਸਥਿਤੀ, ਉਹ ਵਿਸ਼ਾ ਜੋ ਕਿ ਬਹੁਤ ਹੀ ਸੋਚਣ ਵਾਲਾ ਹੈ, ਜੋ ਬਹੁਤ ਹੀ ਅਹਿਮ ਵਿਸ਼ਾ ਹੈ, ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ, ਸਾਡੇ ਜੀਵਨ ਢੰਗ ਦੇ ਨਾਲ ਜੁੜਿਆ ਹੋਇਆ ਹੈ, ਵਿਦਿਆਰਥੀ ਜੀਵਨ ਤੋਂ ਲੈ ਕੇ ਰੁਜ਼ਗਾਰ ਵਾਲਿਆਂ ਦੇ ਨਾਲ ਜੁੜਿਆ ਹੋਇਆ ਹੈ। ਪੰਜਾਬੀ ਭਾਸ਼ਾ ਦੀ ਸਥਿਤੀ ਦਾ ਇਹ ਵਿਸ਼ਾ। ਡਾਕਟਰ ਸੁਦਰਸ਼ਨ ਗਾਸੂ ਜੀ ਮੇਰੇ ਨਾਲ ਸਟੂਡੀਓ ਵਿੱਚ ਨੇ। ਇਹ ਡਾਕਟਰ ਸਾਹਿਬ, ਆਪਾਂ ਪਹਿਲਾਂ ਗੱਲ ਕੀਤੀ ਕਿ ਪੰਜਾਬੀ ਦੇ ਮੁੱਢਲੇ ਦੌਰ ਦੀ, ਪੰਜਾਬੀ ਦੇ ਵਰਤਮਾਨ ਦੀ, ਹੁਣ ਅਸੀਂ ਪੰਜਾਬੀ ਦੇ ਭਵਿੱਖ ਦੀ ਵੀ ਗੱਲ ਕਰਨੀ ਹੈ। ਪਰ ਮੇਰੇ ਇੱਕ ਜ਼ਿਹਨ ਦੇ ਵਿੱਚ ਇਹ ਸਵਾਲ ਹੈ ਕਿ ਗੁਰੂ ਸਾਹਿਬਾਨ ਦੀ ਗੱਲ ਚੱਲੀ ਸੀ, ਗੁਰੂ ਸਾਹਿਬਾਨ ਅਤੇ ਪੰਜਾਬੀ ਭਾਸ਼ਾ, ਗੁਰਮੁਖੀ 35 ਅੱਖਰੀ, ਅਤੇ ਗੁਰੂ ਸਾਹਿਬਾਨ ਦਾ ਰੋਲ ਬਹੁਤ ਵੱਡਾ ਹੈ, ਬਹੁਤ ਹੀ ਅਹਿਮ ਰੋਲ ਹੈ, ਜਿਨ੍ਹਾਂ ਨੇ ਪੰਜਾਬੀ ਨੂੰ ਇੱਕ ਵੱਖਰੀ ਪ੍ਰਮਾਣਿਕਤਾ ਦੇ ਦਿੱਤੀ। ਅਤੇ ਤੁਸੀਂ ਉਹਨਾਂ ਦੇ ਇਸ ਰੋਲ ਨੂੰ, ਉਹਨਾਂ ਦੇ ਇੱਕ ਉਪਕਾਰ ਨੂੰ, ਮੈਂ ਕਹਿੰਦਾ ਹਾਂ ਕਿ 35 ਅੱਖਰੀ ਦੇ ਉੱਤੇ, ਗੁਰਮੁਖੀ ਦੇ ਉੱਤੇ ਜੋ ਉਹਨਾਂ ਨੇ ਉਪਕਾਰ ਕੀਤਾ, ਤੁਸੀਂ ਉਸ ਨੂੰ ਕਿੱਦਾਂ ਲੈਂਦੇ ਹੋ? ਦੇਖੋ, ਬੜੀ ਮਹੱਤਵਪੂਰਨ ਪ੍ਰਸ਼ਨ ਹੈ, ਬਹੁਤ ਹੀ ਮੁੱਲਵਾਨ ਪ੍ਰਸ਼ਨ ਹੈ ਇਹ। ਜਿਹੜਾ ਪੰਜਾਬੀ ਭਾਸ਼ਾ 'ਤੇ ਗੁਰੂ ਸਾਹਿਬਾਨ ਨੇ ਉਪਕਾਰ ਕੀਤਾ ਹੈ, ਉਹ ਸਦੀਵੀ ਹੈ। ਪੰਜਾਬੀ ਕਦਰਾਂ ਕੀਮਤਾਂ ਨੂੰ ਉੱਚੀਆਂ ਸੁੱਚੀਆਂ, ਮਹਾਨ, ਮਾਨਵ ਕਲਿਆਣਕਾਰੀ, ਵਿਸ਼ਵ ਵਿਆਪੀ, ਸਦੀਵੀ ਔਰ ਲੋਕ ਹਿਤੂ ਬਣਾਉਣ ਦੇ ਵਿੱਚ ਜੋ ਰੋਲ, ਜੋ ਭੂਮਿਕਾ ਗੁਰੂ ਸਾਹਿਬਾਨ ਦੀ, ਉਹ ਸ਼ਬਦਾਂ ਤੋਂ ਪਰੇ ਦੀ ਗੱਲ ਹੈ, ਬਿਆਨ ਤੋਂ। ਹੁਣ ਮੈਂ ਫਿਰ ਇਸ ਨੂੰ ਇੱਕ ਡਾਇਮੈਂਸ਼ਨ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਦੋਂ ਪੰਜਾਬੀ ਭਾਸ਼ਾ ਨੂੰ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਅਪਣਾਇਆ ਜਦੋਂ ਪਰਿਸਥਿਤੀਆਂ ਅਨੁਕੂਲ ਨਹੀਂ ਸਨ। ਜੀ ਜੀ। ਉਸ ਸਮੇਂ ਅਪਣਾਉਣ 'ਤੇ ਇਕੱਲਾ ਅਪਣਾਉਣਾ ਮਹੱਤਵਪੂਰਨ ਨਹੀਂ ਹੈ, ਉਸ ਤੋਂ ਬਾਅਦ ਜਿਹੜੇ ਵਿਚਾਰ ਦਿੱਤੇ ਨੇ ਉਹ ਵੀ ਇੰਨੇ ਮਹਾਨ ਔਰ ਉੱਚੇ ਔਰ ਮਾਨਵ ਕਲਿਆਣਕਾਰੀ ਨੇ ਜੀ ਕਿ ਉਹਨਾਂ ਦੀ ਜਿਹੜੀ ਸੁਰ ਹੈ ਉਹ ਦੂਰ ਤੱਕ ਸੁਣਾਈ ਦਿੰਦੀ ਹੈ। ਜੀ ਬਿਲਕੁਲ ਬਿਲਕੁਲ। ਔਰ ਉਹ ਕੇਵਲ ਪੰਜਾਬੀ ਤੱਕ ਸੀਮਿਤ ਨਹੀਂ ਰਹਿੰਦੇ, ਲਿਖੇ ਚਾਹੇ ਪੰਜਾਬੀ ਭਾਸ਼ਾ 'ਚ ਨੇ। ਮੈਂ ਬੜੀ ਖੂਬਸੂਰਤ ਗੱਲ ਦੱਸਦਾ ਤੁਹਾਨੂੰ। ਮੈਂ ਆਪਣੇ ਪਿਤਾ ਜੀ ਔਰ ਮਾਤਾ ਜੀ ਨਾਲ ਸ਼ਾਂਤੀ ਨਿਕੇਤਨ ਘੁੰਮਣ ਗਿਆ ਜੀ। ਸ਼ਾਂਤੀ ਨਿਕੇਤਨ ਬੜਾ ਵਧੀਆ ਦ੍ਰਿਸ਼ਾਵਲੀ ਆ, ਉੱਥੇ ਦਰਖਤਾਂ ਦੇ ਥੱਲੇ ਕਲਾਸਾਂ ਲੱਗਦੀਆਂ ਨੇ, ਚਿੱਤਰ ਵਾਹੇ ਜਾਂਦੇ ਨੇ, ਸੰਗੀਤ ਸਿੱਖਦੇ ਨੇ ਵਿਦਿਆਰਥੀ। ਅਤੇ ਜਾਂਦੇ ਜਾਂਦੇ ਇੱਕ ਕਮਰੇ ਦੇ ਵਿੱਚ ਗਏ ਅਤੇ ਉੱਥੇ ਗੁਰੂ ਨਾਨਕ ਦੇਵ ਜੀ ਬਾਰੇ ਵਿਚਾਰ ਕਵਿਤਾ ਲਿਖੀ, ਗੁਰੂ ਗੋਬਿੰਦ ਸਿੰਘ ਜੀ ਬਾਰੇ, ਬੰਦਾ ਬਹਾਦਰ ਬਾਰੇ ਜੀ, ਮਹਾਕਵੀ ਟੈਗੋਰ ਨੇ ਲਿਖੀ। ਅਤੇ ਮੈਂ ਉਹਨਾਂ ਹੈਰਾਨ ਹੋ ਗਿਆ ਔਰ ਖੁਸ਼ ਹੋਇਆ ਕਿ ਦੇਖੋ, ਬੰਗਾਲ ਦੇ ਵਿੱਚ ਵੀ ਸਾਡੀ ਜਿਹੜੀ ਹੈਗੀ ਆ ਉਹ ਸਾਹਿਤ ਦੀ, ਗੁਰੂ ਸਾਹਿਬਾਨ ਦੇ ਉਪਕਾਰ ਦੀ ਗੱਲ ਜਿਹੜੀ ਹੈਗੀ ਹੈ ਸਵੀਕਾਰ ਕੀਤੀ ਜਾ ਰਹੀ ਹੈ। ਸਵੀਕਾਰ ਕੀਤੀ। ਅਸੀਂ ਇਹ ਵੀ ਜਾਣਦੇ ਹਾਂ ਕਿ ਜਦੋਂ ਟੈਗੋਰ ਜੀ ਨੇ 2 ਦੇਸ਼ਾਂ ਦਾ ਰਾਸ਼ਟਰਗਾਨ ਲਿਖਿਆ, ਭਾਰਤ ਦਾ ਅਤੇ ਬੰਗਲਾਦੇਸ਼ ਦਾ, ਅਤੇ ਉਹਨਾਂ ਨੂੰ ਜਦੋਂ ਕਿਹਾ ਗਿਆ ਕਿ ਤੁਸੀਂ ਵਿਸ਼ਵ ਗੀਤ ਵੀ ਲਿਖੋ, ਤਾਂ ਉਹਨਾਂ ਨੇ ਬੜੀ ਵਿਨਮਰਤਾ ਦੇ ਨਾਲ ਕਿਹਾ ਕਿ ਉਹ ਤਾਂ ਲਿਖਿਆ ਜਾ ਚੁੱਕਿਆ। ਕਿ ਕਹਿੰਦੇ ਵੀ ਕਿਹਨੇ ਲਿਖਿਆ ਉਹ ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਆਰਤੀ ਲਿਖੀ ਆ ਉਹ ਵਿਸ਼ਵ ਗੀਤ ਤਾਂ ਹੈ, ਹੋਰ ਕੀ ਹੈ। ਕਿਆ ਬਾਤ। ਤਾਂ ਉਹ ਜਿਹੜੀ ਇੱਕ ਲਾਈਨ ਹੈਗੀ ਆ, ਇੱਕ ਜਿਹੜੀ ਵਿਆਖਿਆ ਹੈਗੀ ਆ ਉਹ, ਔਰ ਬਾਕੀ ਵਿਦਵਾਨਾਂ ਨੇ ਵੀ, ਬਾਕੀ ਚਿੰਤਕਾਂ ਨੇ ਵੀ, ਦੁਨੀਆ ਦੇ ਵਿਸ਼ਵ ਦੇ ਚਿੰਤਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ, ਬਾਕੀ ਗੁਰੂ ਸਾਹਿਬਾਨ ਦੇ ਨੂੰ, ਗੁਰੂ ਸਾਹਿਬਾਨ ਨੇ ਤਾਂ ਆਪਣੇ ਜੀਵਨ ਦਾ ਜਿਹੜਾ ਬਲੀਦਾਨ ਵੀ ਹੈ ਉਹ ਮਾਤ ਭਾਸ਼ਾ ਵਾਸਤੇ, ਸਾਡੀਆਂ ਕਦਰਾਂ ਕੀਮਤਾਂ ਵਾਸਤੇ, ਪੰਜਾਬੀ ਸੱਭਿਆਚਾਰ ਵਾਸਤੇ। ਇਸ ਕਰਕੇ ਸਾਨੂੰ ਪੰਜਾਬ ਦੇ ਵਿੱਚ ਤਾਂ ਉਸ ਦ੍ਰਿਸ਼ਟੀ ਤੋਂ ਵੀ ਪੰਜਾਬੀ ਭਾਸ਼ਾ ਨੂੰ ਅਪਣਾਉਣਾ ਚਾਹੀਦਾ। ਅਤੇ ਵਿਸ਼ਵੀਕਰਨ ਦੀ ਗੱਲ ਕਰਦੇ ਹਾਂ। ਵਿਸ਼ਵੀਕਰਨ ਦੇ ਉੱਤੇ ਜੇ ਮੈਂ ਪੰਜਾਬੀ ਦੀ ਸਥਿਤੀ ਦੀ ਗੱਲ ਕਰਾਂ, ਪੰਜਾਬੀ ਦੀ ਚੁਣੌਤੀਆਂ ਦੀ ਗੱਲ ਕਰਾਂ, ਤਾਂ ਤੁਸੀਂ ਦੇਸ਼ ਵਿਦੇਸ਼ ਆਉਂਦੇ ਜਾਂਦੇ ਰਹਿੰਦੇ ਹੋ, ਪੰਜਾਬੀ ਨੂੰ ਰੀਪ੍ਰਜੈਂਟ ਵੀ ਕਰਦੇ ਹੋ, ਇੱਕ ਨੁਮਾਇੰਦੇ ਬਣ ਕੇ ਜਾਂਦੇ ਹੋ ਪੰਜਾਬੀ ਦੇ, ਪੰਜਾਬ ਦੇ, ਪੰਜਾਬੀਅਤ ਦੇ। ਅਤੇ ਵਿਸ਼ਵੀਕਰਨ ਪੱਧਰ ਦੇ ਉੱਤੇ, ਵਿਸ਼ਵ ਪੱਧਰ ਦੇ ਉੱਤੇ ਤੁਸੀਂ ਪੰਜਾਬੀ ਮਾਤ ਭਾਸ਼ਾ ਨੂੰ, ਇਸ ਦੀ ਮੌਜੂਦਾ ਸਥਿਤੀ ਨੂੰ, ਇਸ ਦੇ ਨਾਲ ਜੁੜੀਆਂ ਹੋਈਆਂ ਚੁਣੌਤੀਆਂ ਨੂੰ ਕਿਵੇਂ ਵੇਖਦੇ ਹੋ? ਦੇਖੋ, ਜਿਹੜਾ ਵਿਸ਼ਵੀਕਰਨ ਹੈ,
ਇਹ ਜਿਹੜੀ ਸਰਮਾਏ ਦੀ ਵਿਸ਼ਵ ਦੇ ਵਿੱਚ ਫੈਲਾਅ ਹੈ ਉਸ ਦਾ ਰੂਪ ਹੈ ਜੀ। ਉਹ ਆਪਣੇ ਮੁਨਾਫੇ ਕਮਾਉਣ ਵਾਸਤੇ ਦੁਨੀਆ ਦੀ ਹਰ ਜਗ੍ਹਾ ਨੂੰ ਮੰਡੀ ਬਣਾਉਂਦਾ ਹੈ। ਜੀ ਜੀ। ਜਦੋਂ ਮੰਡੀ ਬਣਾਉਂਦਾ ਤਾਂ ਉਹ ਆਪਣੇ ਭਾਸ਼ਾ ਤੇ ਆਪਣੀ ਟੂਲ ਤੇ ਆਪਣੇ ਢੰਗ ਤਰੀਕੇ ਲੈ ਕੇ ਜਾਂਦਾ ਤਾਂ ਕਿ ਉਹ ਲੋਕ ਉਹਨਾਂ ਦੇ ਚੀਜ਼ਾਂ ਨੂੰ ਖਰੀਦ ਸਕਣ। ਬਿਲਕੁਲ। ਜਿਵੇਂ ਅੰਗਰੇਜ਼ ਇੱਥੇ ਆਏ ਸੀ ਤੇ ਸਾਡਾ ਕੱਚਾ ਮਾਲ ਲੈ ਕੇ ਉੱਥੋਂ ਜਾ ਕੇ ਮੋਹਰਾਂ ਲਾ ਕੇ ਵੇਚਦੇ ਸੀ, ਉਵੇਂ ਜੇਕਰ ਹੁਣ ਉੱਧਰੋਂ ਬਣਿਆ ਹੋਇਆ ਇੱਧਰ ਵੀ ਉਹ ਟਾਈ ਅਪ ਕਰਦੇ ਨੇ, ਇਸ ਕਰਕੇ ਉਹ ਆਪਣੀ ਭਾਸ਼ਾ ਰੱਖਦੇ ਨੇ ਅੰਗਰੇਜ਼ੀ। ਲੇਕਿਨ ਜਦੋਂ ਸਾਡੇ ਆ ਕੇ ਉਹਨਾਂ ਨੇ ਜਿਹੜਾ ਸਾਧਨ ਹੈਗਾ ਇਹ ਦੂਸਰੇ ਅੱਜ ਕੱਲ੍ਹ ਮੋਬਾਈਲ ਵੀ ਹੋਰ ਉਹਦੇ ਵਿੱਚ ਵੀ ਉਹਨਾਂ ਨੇ ਉਸ ਕਿਸਮ ਦਾ ਜਿਹੜਾ ਪ੍ਰਭਾਵ ਸਾਡੇ 'ਤੇ ਅਸੀਂ ਉਸ ਤਰ੍ਹਾਂ ਦੇ ਗੁਲਾਮ ਜਿਹੜਾ ਹੈਗਾ ਮਾਨਸਿਕ ਤੌਰ 'ਤੇ ਗੁਲਾਮ ਜਿਹੜਾ ਹੈਗਾ ਸਾਨੂੰ ਭਾਸ਼ਾਵਾਂ ਦਾ ਬਣਾਇਆ ਜਾ ਰਿਹਾ। ਲੇਕਿਨ ਪੰਜਾਬੀ ਦੇ ਵਿੱਚ ਜਿਹੜੀ ਅੰਦਰੂਨੀ ਸ਼ਕਤੀ ਹੈ, ਪੰਜਾਬੀਆਂ ਦੇ ਵਿੱਚ ਇੱਕ ਜਿਹੜੀ ਸ਼ਕਤੀ ਹੈ, ਗੁਰੂ ਨਾਨਕ ਦੇਵ ਜੀ ਨੇ ਜਿਹੜੀ ਉਹਨਾਂ ਨੂੰ ਸ਼ਕਤੀ ਦਿੱਤੀ ਹੈ ਉਹ ਫੈਲਣ ਦੀ ਸ਼ਕਤੀ ਦਿੱਤੀ ਹੈ, ਉਹ ਵਿਕਾਸ ਦੀ ਸ਼ਕਤੀ ਦਿੱਤੀ ਹੈ। ਅਸੀਂ ਗੁੰਝਲ ਮੁਕਤ ਸ਼ਖਸੀਅਤ ਦੇ ਮਾਲਕ ਹਾਂ, ਅਸੀਂ ਮਾਨਸਿਕ ਗੁਲਾਮੀ ਨੂੰ ਘਿਰਣਾ ਕਰਨ ਵਾਲੇ ਮਾਲਕ ਹਾਂ। ਇਸੇ ਕਰਕੇ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਨੇ। ਬਾਬਾ ਫਰੀਦ ਜੀ ਨੇ ਲਿਖਿਆ ਸੀ ਕਿ ਬਾਹਰ ਪਰਾਏ ਵੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰ ਵਾਲੇ। ਤੇ ਇਹ ਤੇ ਸਾਡੀ ਜਿਹੜੀ ਇਹ ਗੁਰਬਾਣੀ ਦੇ ਵਿੱਚ ਦਰਜ ਹੈ। ਤਾਂ ਇਸ ਕਰਕੇ ਜਿਹੜੀ ਹਾਂ, ਲੇਕਿਨ 150 ਮੁਲਕਾਂ ਦੇ ਵਿੱਚ ਪੰਜਾਬੀ ਜਿਹੜੇ ਹੈਗੇ ਉਹ ਗਏ ਨੇ, ਬਸੇ ਨੇ, ਪੰਜਾਬੀ ਨੂੰ ਲੈ ਕੇ ਗਏ ਨੇ, ਔਰ ਉਹਦੇ ਵਿੱਚੋਂ ਕੈਨੇਡਾ 1 ਨੰਬਰ 'ਤੇ ਹੈ, ਅਮਰੀਕਾ ਹੈ, ਇੰਗਲੈਂਡ ਹੈ, ਆਸਟ੍ਰੇਲੀਆ ਹੈ ਔਰ ਨਿਊਜ਼ੀਲੈਂਡ ਹੈ। ਹੁਣ ਇਸ ਵੇਲੇ ਪੰਜਾਬ ਦੇ ਵਿੱਚ ਤਾਂ ਮੈਂ ਕਿਤੇ ਨਾ ਪੜ੍ਹਿਆ ਹੋਵਾਂ ਪੁਸਤਕ ਪ੍ਰਦਰਸ਼ਨੀ ਲੱਗੀ ਹੋਵੇ, ਲੇਕਿਨ ਚੇਤਨਾ ਪ੍ਰਕਾਸ਼ਨ ਵਾਲਾ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਪੁਸਤਕ ਪ੍ਰਦਰਸ਼ਨੀਆਂ ਲੋਕ ਲੈ ਰਹੇ ਨੇ। ਬਿਲਕੁਲ ਜੀ, ਬਿਲਕੁਲ ਜੀ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਇਹ ਪੰਜਾਬੀ ਮਾਤ ਭਾਸ਼ਾ ਹੈ, ਸਾਡੀ ਗੁਰਮੁਖੀ ਲਿਪੀ ਹੈ ਜੋ ਸਾਨੂੰ ਸਹਿਜਤਾ ਵੀ ਦਿੰਦੀ ਹੈ, ਸਾਨੂੰ ਨਿਮਰਤਾ ਵੀ ਦਿੰਦੀ ਹੈ, ਸਾਨੂੰ ਜੀਵਨ ਦਾ ਢੰਗ ਵੀ ਦਿੰਦੀ ਹੈ, ਸਾਂਝ ਦੀਆਂ ਬਾਤਾਂ ਵੀ ਪਾਉਂਦੀ ਹੈ, ਏਕਤਾ ਦੀਆਂ ਬਾਤਾਂ ਵੀ ਪਾਉਂਦੀ ਹੈ, ਮਾਨਵਤਾ ਦੇ ਹਿੱਤ ਵਿੱਚ ਚੱਲਦੀ ਹੈ। ਤੇ ਦੂਰਦਰਸ਼ਨ ਜਲੰਧਰ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਅਸੀਂ ਪੰਜਾਬੀ ਮਾਤ ਭਾਸ਼ਾ ਦੇ ਨਾਲ ਜੁੜੇ ਰਹੀਏ। ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ ਲਈ, ਪ੍ਰਸਾਰ ਲਈ ਹਮੇਸ਼ਾ ਦੂਰਦਰਸ਼ਨ ਜਲੰਧਰ ਤਤਪਰ ਰਹਿੰਦਾ ਹੈ। ਤੇ ਸਾਡਾ ਮੰਤਵ ਇਹੀ ਹੁੰਦਾ ਹੈ ਕਿ ਜਿੱਥੇ ਅਸੀਂ ਮਨੋਰੰਜਨ ਕਰ ਸਕੀਏ ਉੱਥੇ ਗਿਆਨ ਭਰੀਆਂ ਗੱਲਾਂ ਵੀ ਕਰੀਏ, ਗਿਆਨ ਭਰਪੂਰ ਜਾਣਕਾਰੀ ਵੀ ਸਾਹਮਣੇ ਲੈ ਕੇ ਆ ਸਕੀਏ, ਜਿਸ ਦੇ ਨਾਲ ਸੱਭਿਆਚਾਰ ਦੀ ਗੱਲ ਹੋਵੇ, ਪੰਜਾਬੀ ਮਾਤ ਭਾਸ਼ਾ ਦੀ ਗੱਲ ਹੋਵੇ। ਤੇ ਇੱਕੋ ਹੀ ਹੋਕਾ ਹੈ ਕਿ ਇਹ ਭਾਸ਼ਾ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ। ਡਾਕਟਰ ਸਾਹਿਬ, ਘਰਾਂ ਦੇ ਮਾਹੌਲ ਦੀ ਗੱਲ ਕਰਦੇ ਹਾਂ। ਘਰਾਂ ਦੇ ਵਿੱਚ, ਕਿਉਂਕਿ ਸਮਾਜ ਘਰਾਂ ਤੋਂ ਹੀ ਨਿਕਲਦਾ ਹੈ, ਭਾਸ਼ਾ ਤੇ ਸਮਾਜ ਦਾ ਆਪਸ ਦੇ ਵਿੱਚ ਬਹੁਤ ਗੂੜਾ ਸੰਬੰਧ ਹੈ। ਘਰਾਂ ਦੇ ਵਿੱਚ ਪੰਜਾਬੀ ਮਾਤ ਭਾਸ਼ਾ ਦੀ ਸਥਿਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇਹ ਗੱਲ ਜਿਹੜੀ ਆਪਾਂ ਵਿਸ਼ਵੀਕਰਨ ਦੀ ਸਥਿਤੀ ਦੀ ਗੱਲ ਕੀਤੀ ਸੀ, ਉੱਥੋਂ ਚੱਲਦੀ ਸਾਡੇ ਨੌਕਰੀਆਂ ਦੀ ਗੱਲ ਹੋ ਗਈ ਕਿ ਪੰਜਾਬੀ ਨੂੰ ਰੁਜ਼ਗਾਰ ਦੇ ਨਾਲ ਉਸ ਢੰਗ ਨਾਲ ਅਸੀਂ ਜੋੜਨ ਦੇ ਵਿੱਚ ਉਨੀ ਸਫਲਤਾ ਨਹੀਂ ਪ੍ਰਾਪਤ ਕੀਤੀ ਜਿੰਨੀ ਸਾਨੂੰ ਸਫਲਤਾ ਪ੍ਰਾਪਤ ਹੋਣੀ ਚਾਹੀਦੀ ਸੀ ਜਾਂ ਕਰਨੀ ਚਾਹੀਦੀ ਸੀ। ਜੀ ਬਿਲਕੁਲ। ਤੇ ਇਸ ਕਰਕੇ ਲੋਕਾਂ ਨੂੰ ਫਿਰ ਪ੍ਰਾਈਵੇਟ ਰੁਜ਼ਗਾਰ ਵਾਸਤੇ ਸਕੂਲ ਖੋਲ੍ਹ ਲਏ ਉਹਨਾਂ ਨੇ, ਜਿਹੜੇ ਸਰਮਾਏਦਾਰ ਸੀ। ਹੁਣ ਸਰਮਾਏਦਾਰ ਸੀ ਤਾਂ ਉਹ ਫਿਰ ਉਹਨਾਂ ਨੂੰ ਦੂਸਰਿਆਂ ਨਾਲੋਂ ਅਲੱਗ, ਹਾਲਾਂਕਿ ਜੇ ਅੱਜ ਤੱਕ ਭਾਰਤ ਦੇ ਜਾਂ ਦੁਨੀਆ ਦੇ ਵਿੱਚ ਵੱਡੇ ਅਹੁਦਿਆਂ 'ਤੇ ਵਿਦਵਾਨ, ਆਲੋਚਕ, ਚਿੰਤਕ ਪੈਦਾ ਹੋਏ ਨੇ ਤਾਂ ਉਹ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਪੈਦਾ ਹੋਏ ਨੇ, ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਪੈਦਾ ਹੋਏ ਨੇ। ਲੇਕਿਨ ਉਹਨਾਂ ਨੇ ਇਹ ਇੱਕ ਤਰ੍ਹਾਂ ਦੀ ਧਾਰਨਾ ਪੈਦਾ ਕਰ ਦਿੱਤੀ ਕਿ ਵੀ ਸਕੂਲ 'ਚ ਆਏਗਾ ਬੱਚਾ ਅਤੇ ਉਹ ਅੰਗਰੇਜ਼ੀ ਪੜ੍ਹੇਗਾ ਅਤੇ ਉਹਨੂੰ ਇਹ ਇਨਾਮ ਦਿੱਤਾ ਜਾਏਗਾ ਅਤੇ ਉਹਨੂੰ ਦੂਸਰੇ ਨੂੰ ਜੁਰਮਾਨਾ ਲਾਇਆ ਜਾਏਗਾ। ਇਹ ਗੱਲ ਨਹੀਂ ਹੋਣੀ ਚਾਹੀਦੀ। ਔਰ ਬੱਚੇ, ਇਹ ਸਾਡੀ ਅਲਪ ਬੁੱਧੀ ਦਾ ਸੂਚਕ ਹੈ। ਇਹ ਜਿਹੜੀ ਜਦੋਂ ਇਹ ਗੱਲ ਕੀਤੀ, ਅਸੀਂ ਪੜ੍ਹੀ ਹੈ ਇਹ ਕਿ ਜਾਪਾਨ ਨੇ, ਕੋਰੀਆ ਨੇ ਪਿੱਛੇ ਸਟੱਡੀ ਕੀਤੀ, ਉਹਨਾਂ ਨੇ ਆਪਣੀਆਂ ਭਾਸ਼ਾਵਾਂ ਦੇ ਵਿੱਚ ਜਿਹੜੇ ਸਾਇੰਸ ਦੇ ਵਿਸ਼ੇ ਸੀ ਉਹਨਾਂ ਦੇ ਵਿੱਚ ਵਿਕਾਸ ਦੀ ਸੰਭਾਵਨਾ ਜ਼ਿਆਦਾ ਸਾਹਮਣੇ ਆਈ ਜਦੋਂ ਆਤੀ ਮਾਂ ਬੋਲੀ ਦੇ ਵਿੱਚ। ਇਸ ਕਰਕੇ ਸਾਨੂੰ ਘਰਾਂ ਦੇ ਵਿੱਚ ਮਾਂ ਬੋਲੀ ਬੋਲਣੀ ਚਾਹੀਦੀ ਹੈ। ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਇਹ ਆਪਣੇ ਆਪ ਹੌਸਲਾ ਕਰਕੇ ਇਹ ਛੱਡ ਦੇਣੀ ਚਾਹੀਦੀ ਹੈ। ਔਰ ਪੰਜਾਬ ਦੇ ਵਿੱਚ ਸਾਨੂੰ ਹਰ ਥਾਂ 'ਤੇ ਪੰਜਾਬੀ ਨੂੰ ਤੁਸੀਂ ਅਪਣਾ ਕੇ ਦੇਖੋ, ਫਿਰ ਉਸ ਦਾ ਖਿੜਾ ਦੇਖੋ, ਉਸ ਦਾ ਖੇੜਾ ਦੇਖੋ, ਤੁਹਾਡੀ ਰੂਹ 'ਤੇ। ਇਹ ਤਾਂ ਰੂਹ ਦੀ ਭਾਸ਼ਾ ਹੈ, ਇਹ ਤਾਂ ਸਾਡੀ ਦਿਲਾਂ ਦੀ ਭਾਸ਼ਾ ਹੈ, ਇਹ ਤਾਂ ਸਾਡੇ ਖਿਆਲਾਂ ਦੀ ਭਾਸ਼ਾ ਹੈ, ਇਹ ਤਾਂ ਸਾਡੀ ਜਿਹੜੀ ਸਾਡੇ ਵਿਕਾਸ ਤੇ ਵਿਸਥਾਰ ਦੀ ਭਾਸ਼ਾ ਹੈ। ਉਸ ਤੋਂ ਬਾਅਦ ਤੁਸੀਂ ਉਡਾਰੀਏ। ਮੈਂ ਕਹਿੰਦਾ ਪੰਜਾਬੀ ਸਾਨੂੰ ਬੋਲਣਾ ਸਿਖਾਉਂਦੀ ਹੈ, ਚੱਲਣਾ ਸਿਖਾਉਂਦੀ ਹੈ, ਫਿਰ ਤੁਰਨਾ ਸਿਖਾਉਂਦੀ ਹੈ, ਫਿਰ ਦੌੜਨਾ ਸਿਖਾਉਂਦੀ ਹੈ, ਫਿਰ ਸਾਨੂੰ ਰਾਕਟ ਵਾਂਗੂ ਪੂਰੇ ਬ੍ਰਹਿਮੰਡ ਦਾ ਚੱਕਰ ਲਾਉਣਾ ਸਿਖਾਉਂਦੀ ਹੈ। ਬਿਲਕੁਲ ਬਿਲਕੁਲ, ਇਹ ਗੱਲ ਬਹੁਤ ਸ਼ਕਤੀ ਹੈ, ਸਾਨੂੰ ਅਪਣਾਉਣੀ ਚਾਹੀਦੀ ਹੈ। ਜੇ ਘਰਾਂ 'ਚ ਨਹੀਂ ਅਪਣਾ ਰਹੇ ਤਾਂ ਉਹਨਾਂ ਨੂੰ ਵੀ ਅਪਣਾਉਣੀ ਚਾਹੀਦੀ ਹੈ। ਕਿਸੇ ਸ਼ਾਇਰ ਨੇ ਕਿਹਾ ਹੈ ਕਿ ਅਧਿਆਪਕ ਹੈ ਜੋ ਬਚਪਨ ਨੂੰ ਜਵਾਨ ਬਣਾ ਦਿੰਦਾ
ਤੇ ਇੱਕ ਹੈਵਾਨ ਨੂੰ ਵੀ ਇਨਸਾਨ ਬਣਾ ਦਿੰਦਾ। ਅਧਿਆਪਕ ਦੇ ਮੋਢੇ ਉੱਤੇ ਵੀ ਬਹੁਤ ਵੱਡਾ ਭਾਰ ਹੈ, ਉਸ ਨੂੰ ਵੀ ਦੱਸਣਾ ਹੁੰਦਾ ਹੈ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਆਪਣੀ ਮਾਤ ਭਾਸ਼ਾ ਦੇ ਨਾਲ ਜੁੜੇ। ਪਰ ਜਦੋਂ ਅਧਿਆਪਕ ਹੀ ਕਿਤੇ ਨਾ ਕਿਤੇ ਆਪਣੇ ਫਰਜ਼ ਤੋਂ ਭੁੱਲ ਜਾਂਦਾ ਹੈ ਤਾਂ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਇੱਕ ਸਵਾਲੀਆ ਮਾਰਕ ਲੱਗ ਜਾਂਦਾ ਹੈ ਕਿ ਕੀ ਸਮਾਜ ਆਪਣੀ ਜਾਂ ਇੱਕ ਸਟੇਟ ਜਾਂ ਇੱਕ ਰਾਜ, ਇੱਕ ਸੂਬਾ ਦੇ ਬੱਚੇ, ਸੂਬੇ ਦੇ ਅਧਿਆਪਕ ਉਸ ਭਾਸ਼ਾ ਦੇ ਨਾਲ ਜੁੜੇ ਹੋਏ ਨੇ। ਤੁਸੀਂ ਇਸ ਸੰਦਰਭ ਨੂੰ, ਅਧਿਆਪਕ ਨੂੰ ਕਿਸ ਤਰ੍ਹਾਂ ਲੈ ਕੇ ਚੱਲਦੇ? ਮੈਂ ਇਹਦੇ ਨਾਲ ਤੁਹਾਡੀ ਗੱਲ ਹੁਣ ਇਹ ਸਖਤ ਸਵਾਲ ਹੈ ਜਿਹੜਾ ਤੁਸੀਂ ਮੇਰੀ ਦ੍ਰਿਸ਼ਟੀ ਤੋਂ, ਲੇਕਿਨ ਮੈਂ ਇਹਨੂੰ ਨਰਮ ਸਵਾਲ ਬਣਾ ਕੇ ਉੱਤਰ ਦੇਵਾਂਗਾ। ਕਿਉਂਕਿ ਮੈਂ ਜਦੋਂ ਬੰਗਾਲ ਦੇ ਵਿੱਚ ਅਸੀਂ ਘੁੰਮੇ ਆਪਣੇ ਪਿਤਾ ਜੀ ਨਾਲ, ਤਾਂ ਉੱਥੇ ਮੈਂ ਦੇਖਿਆ ਕਿ ਸ਼ਾਮ ਨੂੰ ਜਦੋਂ ਜਿਹਨੂੰ 5-6 ਵਜੇ ਕਹਿੰਦੇ ਆ, 7 ਵਜੇ ਕਹਿੰਦੇ ਆ, ਉਦੋਂ ਲੋਕ ਮੁਹੱਲਿਆਂ ਦੇ ਵਿੱਚ ਛੋਟੀ ਛੋਟੀ ਜਗ੍ਹਾ 'ਤੇ ਲਾਇਬ੍ਰੇਰੀ ਦੇ ਵਿੱਚ ਪੜ੍ਹ ਰਹੇ, ਮੁਹੱਲਾ ਲਾਇਬ੍ਰੇਰੀ। ਜੇ ਅਸੀਂ ਉੱਥੇ ਲੋਕਲ ਸਟੇਸ਼ਨ 'ਤੇ ਗਏ ਤਾਂ ਉੱਥੇ ਰਵਿੰਦਰ ਸੰਗੀਤ ਲੱਗਿਆ ਹੋਇਆ। ਜੇ ਅਸੀਂ ਕਿਤੇ ਅੱਗੇ ਗਏ ਤਾਂ ਉੱਥੇ ਉਹਨਾਂ ਦੇ ਚਿੰਤਕਾਂ ਦਾ, ਰਵਿੰਦਰ ਨਾਥ ਜੀ ਦਾ, ਟੈਗੋਰ ਜੀ ਦਾ, ਹੋਰ ਦਾ ਬੁੱਤ ਲੱਗਿਆ ਹੋਇਆ ਜੀ। ਤੇ ਉਹ ਸਾਨੂੰ ਮਾਹੌਲ ਸਿਰਜਣਾ ਪਏਗਾ ਕਿ ਸਾਨੂੰ ਪੁਸਤਕ ਸੱਭਿਆਚਾਰ ਦੇ ਲੜ ਲੱਗਣਾ ਪਏਗਾ। ਅਸੀਂ ਦੇਖੀਏ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਅਖਬਾਰ ਕਿੰਨੇ ਮੰਗਾਉਂਦੇ ਹਾਂ ਪੰਜਾਬੀ ਦੇ, ਅਸੀਂ ਪੁਸਤਕਾਂ ਦੀ ਕਿੰਨੀਆਂ ਖਰੀਦਦੇ ਹਾਂ ਘਰ ਦੇ। ਮੇਰੇ ਘਰ ਦੇ ਵਿੱਚ ਇਸ ਕਰਕੇ ਦਿੱਕਤ ਰਹਿੰਦੀ ਹੈ, ਉਹ ਕਹਿੰਦੇ ਵੀ ਤੂੰ ਕਿਤਾਬਾਂ ਲਿਆਓ ਨਾ, ਪੜ੍ਹਦਾ ਹੈ ਨਹੀਂ। ਮੈਂ ਆਖਿਆ ਵੀ ਅੱਜ ਨਹੀਂ ਪੜੂੰ, ਕੱਲ੍ਹ ਪੜੂੰਗਾ। ਤਾਂ ਕਹਿਣ ਦਾ ਮਤਲਬ ਹੈ ਸਾਨੂੰ ਅਧਿਆਪਕਾਂ ਨੂੰ ਤਾਂ ਜੁੜਨਾ ਚਾਹੀਦਾ ਹੀ ਚਾਹੀਦਾ। ਉਹ ਸਾਨੂੰ ਪੁਸਤਕ ਸੱਭਿਆਚਾਰ ਨਾਲ ਵੀ ਜੋੜਨ, ਸਾਡੇ ਬੱਚਿਆਂ ਨੂੰ ਆਪਣੀ ਭਾਸ਼ਾ ਨਾਲ ਵੀ ਜੋੜਨ, ਸਾਡੇ ਅਖਬਾਰਾਂ ਨਾਲ ਵੀ ਜੋੜਨ, ਸਾਡੀ ਰੋਜ਼ ਦੀ ਜਿਹੜੀ ਰੋਜ਼ਮर्रा ਦੀਆਂ ਜੀਵਨ ਦੀਆਂ ਗਤੀਵਿਧੀਆਂ ਨੇ ਉਹਨਾਂ ਨਾਲ ਵੀ ਜੋੜਨ। ਇਸ ਕਰਕੇ ਅਧਿਆਪਕ ਦੇ ਮੋਢਿਆਂ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਸ ਨੂੰ ਜਿੰਨੀ ਤਨਦੇਹੀ ਦੇ ਨਾਲ, ਇਮਾਨਦਾਰੀ ਦੇ ਨਾਲ, ਪ੍ਰਤੀਬੱਧਤਾ ਦੇ ਨਾਲ ਇੱਕ ਅਧਿਆਪਕ ਅਪਣਾਏਗਾ, ਪੰਜਾਬੀ ਮਾਂ ਬੋਲੀ ਦਾ ਵਿਕਾਸ ਹੋਏਗਾ। ਔਰ ਵਿਕਾਸ, ਸਾਨੂੰ ਇਹ ਵਿਕਾਸ ਜਿਹੜਾ ਹੈਗਾ ਉਹ ਸਹਿਜ ਹਿੱਸਾ ਬਣਾਉਣਾ ਚਾਹੀਦਾ। ਔਰ ਇੱਕ ਗੱਲ ਮੈਂ ਹੋਰ ਕਹਿਣਾ ਕਿ ਪੰਜਾਬੀ ਦੇ ਵਿੱਚ ਬੰਦੇ ਦਾ ਜਿਹੜਾ ਵਿਕਾਸ ਹੈ ਉਹ ਸੂਰਜਮੁਖੀ ਦੇ ਫੁੱਲ ਵਾਂਗੂ ਹੁੰਦਾ ਹੈ, ਤੇ ਜੇ ਬੰਦਾ ਦੂਸਰੀ ਭਾਸ਼ਾ ਦੇ ਵਿੱਚ ਪੜ੍ਹਦਾ ਹੈ ਤਾਂ ਉਹਦਾ ਵਿਕਾਸ ਬੰਦ ਗੋਭੀ ਵਾਂਗੂ ਹੁੰਦਾ ਹੈ। ਬਿਲਕੁਲ ਬਿਲਕੁਲ ਜੀ। ਤੇ ਪੰਜਾਬੀ ਮਾਤ ਭਾਸ਼ਾ ਦੀ ਸਥਿਤੀ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਜਾਂ ਇਸ ਨੂੰ ਬਚਾਉਣ ਲਈ ਜਾਂ ਇਸ ਨੂੰ ਹੋਰ ਵਧਾਉਣ ਲਈ ਜਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹੋਰ ਇਸ ਨਾਲ ਜੋੜਨ ਲਈ, ਹੋਰ ਇਸ ਦੀਆਂ ਸਾਂਝ ਦੀਆਂ ਤੰਦਾਂ ਪੰਜਾਬੀ ਮਾਤ ਭਾਸ਼ਾ ਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਦੀਆਂ ਮਜ਼ਬੂਤ ਕਰਨ ਲਈ ਸਾਨੂੰ ਹੋਰ ਕੀ ਕੀ ਉਪਰਾਲੇ ਕਰਨ ਦੀ ਲੋੜ ਹੈ? ਤੁਸੀਂ ਕੀ ਦੇਖਦੇ ਹੋ? ਨਹੀਂ, ਇਹ ਉਪਰਾਲੇ ਬਹੁਤ ਪੱਕੀ ਹੋਣੇ ਚਾਹੀਦੇ ਨੇ ਜੀ। ਨਿੱਜੀ ਰੂਪ ਦੇ ਵਿੱਚ ਹੋਣੇ ਚਾਹੀਦੇ ਆ, ਸਮਾਜਿਕ ਰੂਪ ਦੇ ਵਿੱਚ ਹੋਣੇ ਚਾਹੀਦੇ ਆ, ਮਾਨਸਿਕ ਰੂਪ ਦੇ ਵਿੱਚ ਹੋਣੇ ਚਾਹੀਦੇ ਆ, ਔਰ ਪ੍ਰਸ਼ਾਸਨਿਕ ਰੂਪ ਦੇ ਵਿੱਚ ਹੋਣੇ ਚਾਹੀਦੇ ਨੇ ਜੀ। ਸਾਰਿਆਂ ਦੇ ਹੰਭਲੇ ਦੇ ਨਾਲ ਹੀ ਇਸ ਦਾ ਇੱਕ ਸੰਤੁਲਿਤ ਵਿਕਾਸ ਹੋਏਗਾ। ਇਸ ਕਰਕੇ ਜਿਹੜੇ ਵਿਕਾਸ ਦੇ ਹੰਭਲੇ, ਇੱਕ ਤਾਂ ਇਹ ਹੈ ਕਿ ਸਾਨੂੰ ਮਾਨਸਿਕ ਗੁਲਾਮੀ ਤੋਂ, ਭਾਸ਼ਾ ਦੀ ਤੋਂ ਜਿੰਨੀ ਜਲਦੀ ਅਸੀਂ ਮੁਕਤ ਹੋਵਾਂਗੇ ਉਨੀ ਜਲਦੀ ਸਾਡਾ ਭਲਾ ਹੈ ਜੀ। ਬਿਲਕੁਲ। ਅੰਗਰੇਜ਼ ਆਏ, ਅੰਗਰੇਜ਼ਾਂ ਨੇ ਇੱਥੇ ਇਹ ਸਾਡੀ ਜਿਹੜੀ ਮਨ ਦੇ ਵਿੱਚ ਪਾਇਆ ਕਿ ਅੰਗਰੇਜ਼ੀ ਭਾਸ਼ਾ ਹੀ ਸਰਵਉੱਚ ਭਾਸ਼ਾ ਹੈ, ਅੰਗਰੇਜ਼ੀ ਸੱਭਿਆਚਾਰ ਹੀ ਸਰਵਉੱਚ ਹੈ, ਅੰਗਰੇਜ਼ੀ ਸਾਹਿਤ ਹੀ ਸਰਵਉੱਚ ਹੈ। ਬਿਲਕੁਲ। ਜਦ ਕਿ ਸਾਡੇ ਤਾਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੈ, ਸਾਡੇ ਵੇਦਾਂ ਦੀ ਰਚਨਾ ਹੋਈ ਹੈ, ਇੱਥੇ ਉਪਨਿਸ਼ਦਾਂ ਦੀ, ਦਾਰਸ਼ਨਿਕਤਾ ਦੀ ਇੱਥੇ ਰਚਨਾ ਹੋਈ ਹੈ। ਇਸ ਕਰਕੇ ਇਹ ਤਾਂ ਸਾਨੂੰ ਉਲਟ ਦਿਸ਼ਾ ਦੇ ਵਿੱਚ ਲਿਜਾਏ। ਇਸ ਕਰਕੇ ਸਾਨੂੰ ਇਸ ਗੱਲ ਤੋਂ ਉੱਭਰਨਾ ਚਾਹੀਦਾ ਔਰ ਫਿਰ ਸਾਨੂੰ ਇਸ ਦੇ ਮਾਰਗ 'ਤੇ ਚੱਲਣਾ ਚਾਹੀਦਾ। ਹਰ ਘਰ ਦੇ ਵਿੱਚ ਪੰਜਾਬੀ ਦੀ ਜੋਤ ਜਗਦੀ ਹੋਵੇ, ਹਰ ਗਲੀ ਕੂਚੇ ਦੇ ਵਿੱਚ ਪੰਜਾਬੀ ਦਾ ਦੀਵਾ ਜਗਦਾ ਹੋਵੇ ਔਰ ਫਿਰ ਉਹ ਸੂਰਜ ਬਣ ਜਾਵੇ ਤੇ ਚਾਰੇ ਪਾਸੇ ਰੌਸ਼ਨ ਕਰ ਦੇਵੇ ਸਾਰੇ। ਇਹ ਵਿਸ਼ਵ ਦੀ ਭਾਸ਼ਾ ਬਣਨੀ ਚਾਹੀਦੀ ਹੈ ਪੰਜਾਬੀ, ਮੇਰੀ ਇਹ ਤਮੰਨਾ ਹੈ। ਕਿਆ ਬਾਤਾਂ ਹੈ ਜੀ, ਇਹ ਵਿਸ਼ਵ ਦੀ ਵਾਕਈ ਭਾਸ਼ਾ ਬਣਨੀ ਚਾਹੀਦੀ ਹੈ। ਇਸ ਨਾਲ ਅਸੀਂ ਆਪ ਪਿਆਰ ਪਾਵਾਂਗੇ ਤਾਂ ਇਹ ਭਾਸ਼ਾ ਅੱਗੇ ਤੁਰੇਗੀ। ਗਾਸੂ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਵਿਸ਼ੇ ਦੇ ਉੱਤੇ ਅਸੀਂ ਵਿਚਾਰ ਚਰਚਾ ਕੀਤੀ, ਪਰ ਅਸੀਂ ਚਾਹੁੰਦੇ ਹਾਂ ਕਿ ਜਾਂਦੇ ਜਾਂਦੇ ਪੰਜਾਬੀ ਭਾਸ਼ਾ ਨੂੰ ਲੈ ਕੇ ਕੋਈ ਵਧੀਆ ਜਿਹਾ, ਕੋਈ ਸੁੰਦਰ ਜਿਹਾ ਸੁਨੇਹਾ ਦਿੱਤਾ ਜਾਵੇ, ਜਿਸ ਦੇ ਨਾਲ, ਕਿਉਂਕਿ ਸਾਡੇ ਵਿਦਿਆਰਥੀ ਵੀ ਜੁੜੇ ਨੇ, ਨੌਜਵਾਨ ਪੀੜ੍ਹੀ ਵੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੀ ਹੈ। ਆਓ ਰਲ ਕੇ ਅਸੀਂ ਪੰਜਾਬੀ ਲਈ ਦੁਆ ਕਰੀਏ ਐਸਾ ਸੁਨੇਹਾ। ਦੇਖੋ, ਪੰਜਾਬੀ ਮੇਰੇ ਵਿੱਚੋਂ ਬੋਲਦੀ ਹੈ, ਮੇਰੇ ਵਿੱਚੋਂ ਧੜਕਦੀ ਹੈ, ਸਾਡੇ ਵਿੱਚੋਂ ਧੜਕਣੀ ਚਾਹੀਦੀ ਹੈ, ਸਾਡੇ ਵਿੱਚੋਂ ਚਮਕਣੀ ਚਾਹੀਦੀ ਹੈ, ਸਾਡੇ ਵਿੱਚੋਂ ਉਸ ਦੀ ਖੁਸ਼ਬੂ ਆਉਣੀ ਚਾਹੀਦੀ ਹੈ ਔਰ ਸਾਨੂੰ ਬਿਨਾਂ ਕਿਸੇ ਮਾਨਸਿਕ ਹੀਣਤਾ ਦੇ ਸਾਨੂੰ ਪੰਜਾਬੀ ਨੂੰ ਆਪਣੇ ਮੱਥੇ ਦਾ ਮੁਕਟ ਬਣਾਉਣਾ ਚਾਹੀਦਾ ਹੈ ਕਿ ਮਾਂ ਬੋਲੀ ਦੀ ਉੱਚੀ ਸ਼ਾਨ ਗੁਰੂਆਂ ਬਖਸ਼ਿਆ ਇਸ ਨੂੰ ਮਾਣ। ਮਾਂ ਬੋਲੀ ਜੋ ਬੋਲੇ ਬੱਚਾ, ਸੱਚ ਨੂੰ ਹਰਦਮ ਤੋਲੇ ਬੱਚਾ, ਭੇਦ ਦਿਲਾਂ ਦੇ ਖੋਲੇ ਬੱਚਾ,
ਕਦੇ ਵੀ ਨਾ ਡੋਲੇ ਬੱਚਾ। ਵਾਹ, ਕਦੇ ਵੀ ਨਾ ਡੋਲੇ ਬੱਚਾ। ਵਾਕਈ ਦੋਸਤੋ, ਇਹ ਪੰਜਾਬੀ ਮਾਂ ਬੋਲੀ ਸਾਡੀ ਆਪਣੀ ਮਾਂ ਬੋਲੀ ਹੈ, ਇਸ ਨੂੰ ਸਾਂਭਣਾ ਵੀ ਸਾਡਾ ਫਰਜ਼ ਹੈ। ਸਾਨੂੰ ਆਪਣੇ ਇਹ ਰੋਲ ਨੂੰ ਦੇਖਣਾ ਪਵੇਗਾ ਕਿ ਕਿਸ ਤਰ੍ਹਾਂ ਦਾ ਰੋਲ ਅਸੀਂ ਅਦਾ ਕਰ ਰਹੇ ਹਾਂ ਅਤੇ ਕਿਸ ਤਰ੍ਹਾਂ ਦਾ ਰੋਲ ਅਸੀਂ ਹੋਰ ਇਸ ਨੂੰ ਵਧੀਆ ਕਰ ਸਕਦੇ ਹਾਂ, ਤਾਂ ਜੋ ਸਾਡਾ ਬਚਪਨ ਵੀ ਪੰਜਾਬੀ ਦੇ ਨਾਲ ਜੁੜੇ, ਸਾਡੀ ਨੌਜਵਾਨੀ ਵੀ ਪੰਜਾਬੀ ਦੇ ਨਾਲ ਜੁੜੇ। ਅਤੇ ਜਦੋਂ ਬਚਪਨ ਅਤੇ ਨੌਜਵਾਨੀ ਸਾਡੇ ਸੱਭਿਆਚਾਰ ਅਤੇ ਪੰਜਾਬੀ ਦੇ ਨਾਲ ਜੁੜ ਜਾਂਦੀ ਹੈ ਤਾਂ ਸਾਡਾ ਬੁਢਾਪਾ ਅਤੇ ਸਾਡਾ ਅਗਲਾ ਜੀਵਨ ਆਪੇ ਹੀ ਸੁਖਮਦ ਹੋ ਜਾਂਦਾ ਹੈ। ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। फलसफा सोच एहसास भी है, टकरा तूफाना